are you traveling? के सामने प्रस्तुत करने जा रहे हैं। हमारी आज की मुख्य अतिथि वीना वर्मा जी हमारे बीच मौजूद है। हम उनका तहे दिल से हार्दिक स्वागत करते हैं। वीना वर्मा जी पंजाबी साहित्य की बहुत प्रसिद्ध कहानीकार हैं। उनकी कहानियों ने न केवल पंजाबी साहित्य को चार चांद लगाए हैं, बल्कि रंगमंच को भी चार चांद लगाए गए हैं उनकी कहानियों द्वारा। उनकी कहानियां इतनी मार्मिक, इतनी जीवंत है कि रंगमंच के कलाकारों का दिल करता है कि रंगमंच के माध्यम से भी उनकी कहानियों को लोगों तक पहुंचाया जाए। तो इस तरह से प्राणवान है उनकी कहानियां। आपका एक बार फिर हम तहे दिल से हार्दिक स्वागत करते हैं। हमारे बीच हमारे शहर के वरिष्ठ रंगकर्मी श्री कमल अरोड़ा जी भी मौजूद हैं और श्री जीएस चन्नी जी भी। हम उनका भी तहे दिल से हार्दिक स्वागत करते हैं। हमारा आज का ये नाटक पंजाबी भाषा में है प्यार जंग ते भुख। ये एक कहानी पे आधारित है। कहानी अमनदीप सिंह ने लिखी है और इस कहानी का नाट्य रूपांतरण किया है। आप यहां पर बैठे हैं? अच्छा, नाम मैच कर गया। कहानी का नाट्य रूपांतरण किया है डॉक्टर कुलबीर कौर विर्क ने और निर्देशन भी किया है डॉक्टर कुलबीर कौर विर्क ने। एक बार उनका भी तालियों से जोरदार स्वागत। नाटक की अवधि है 1 घंटा और नाटक शुरू होने से पहले मेरा आप सबसे विनम्र अनुरोध है कि आप अपने मोबाइल फोन को साइलेंट मोड पे कर ले या स्विच ऑफ पे कर ले तो ठीक है। आपके सामने प्रस्तुत कर रहे हैं हम ये पंजाबी नाटक प्यार जंग ते भुख। थैंक यू। चलो भाई चलो, पानी मारो। पानी मार बन्ने दिए माए, बन्ना बन्नी बार खड़े, सुखा सुख दी हुए दिन आए, बन्ना बन्नी बार खड़े, पानी मार बन्ने दिए माए, बन्ना बन्नी बार खड़े। बधाइयां पड़े तेनू, बधाइयां। चलो नहीं, चलो बहू को अंदर लेके चलो भाई, पल्ला चढ़ाओ। किड्डा सोहना सुपना सी, हाय किड्डा सोहना सुपना सी, मेरा ब्याह हो रहा सी।
मैं ਉਂਗਲਾਂ ਤੇ ਤਾਰੀਆਂ ਲਾ ਰਹੀ ਸੀ। ਹਾਏ ਰੱਬਾ, ਹਾਏ ਰੱਬਾ, ਸੁਪਨਾ ਸੱਚ ਕਰਕੇ। हो सिर ते पंड चावां दी चाई फिरदी ए, सिर ते पंड चावां दी चाई फिरदी ए, एक कुड़ी सुपने सजाई फिरदी ए, ओ एक कुड़ी सुपने सजाई फिरदी ए, सिर ते पंड चावां दी चाई फिरदी ए, एक कुड़ी सुपने सजाई फिरदी ए। ਲੈ ਭੈਣੇ ਭਜਨੀਏ ਵਧਾਈਆਂ ਤੈਨੂੰ। ਤੈਨੂੰ ਕੀ ਸੁਣੋ ਇਹ ਮੇਰੀ ਬਹੂ ਦਾ ਚੰਨ ਦਾ ਟੁਕੜਾ ਹੈ, ਨਜ਼ਰ ਨਾ ਲੱਗ ਜਾਏ ਕਿਸੇ ਦੀ। ਖੁਸ਼ ਹੋਈ ਕਰਦੀ ਹੈ, ਅੱਡੀ ਨਹੀਂ ਲੱਗਦੀ ਧਰਤੀ ਤੇ। ਮੈਂ ਤਾਂ ਆਪਕੋ ਆਜੋ ਗੋਡੇ ਬਿਠਾਈ। ਨੀ ਸੁਖੋ ਹਾਂ ਹੁਣ ਤੂੰ ਤਾਂ ਆਪਣਾ ਕੋਲ ਪੁਗਾਤਾ। ਹਾਂ, ਮੈਂ ਤਾਂ ਤੇਰਾ ਪੁਗਾਤਾ। ਸੂਟ ਤਾਂ ਪੱਕਾ ਹੈ। ਨਹੀਂ ਮੇਰਾ ਸੂਟ ਤਾਂ ਪੱਕਾ, ਤੂੰ ਆਏ ਦੱਸ ਹੈ ਨਾ ਚੰਨ ਲੱਗੀ ਕਿ ਨਹੀਂ? ਗੱਲ ਤਾਂ ਤੇਰੀ 16 ਨੇ ਸੱਚ ਹੈ। ਮੇਰਾ ਪੁੱਤ ਤਾਂ ਕਮਲਾ ਹੋਇਆ ਪੀਰੂ ਇਹਦੇ ਮਗਰ। ਨੀ ਸੁਖੋ ਮੈਨੂੰ ਕੀ ਲੱਗਦੀ ਹੈ? ਨਹੀਂ ਹਜੇ ਤਾਂ ਸਤਾਰ ਮਾ ਚੜਿਆ। ਮੇਰੀ ਗੱਲ ਸੁਣ, ਐਵੇਂ ਨਾ ਕਿਸੇ ਕੋਲੇ ਵਿਹੜੇ 'ਚ ਗੱਲ ਕਰਦੀ ਨਾ। ਅੱਜ ਕੱਲ ਤਾਂ 18 ਤੋਂ ਥੱਲੇ ਜੇ ਕੋਈ ਕੁੜੀ ਦਾ ਵਿਆਹ ਕਰਦੀ ਹੈ ਨਾ, ਜਿਹੜਾ ਕੋਈ ਸ਼ਰੀਫ ਹੁੰਦਾ ਉਹਨੂੰ ਵੀ ਅੰਦਰ ਸੱਟ ਦਿੰਦੇ ਆ। ਨਹੀਂ ਆਪਾਂ ਨਹੀਂ ਪੈਂਦੇ ਇਹੋ ਜਿਹੇ ਜੱਬਾਂ 'ਚ। ਚੋਪੀ ਭਲੀ। ਨਹੀਂ ਸੱਚੀ ਗੱਲ ਤਾਂ ਇਹ ਹੈ, ਇਹਨਾਂ ਵਿਚਾਰੀ ਦਾ ਪਿਓ ਸ਼ਰਾਬੀ ਪਾਉਂਦੀ ਸੀ, ਮਾੜੀ ਦਾਰੂ ਪੀ ਕੇ ਮੁੱਕ ਗਿਆ। ਮਾਂ ਵਿਚਾਰੀ ਲੋਕਾਂ ਦੇ ਘਰੀ ਗੋਹਾ ਕੂੜਾ ਕਰਦੀ ਹੈ। ਹੁਣ ਮਾਂ ਦੱਸ ਵਿਚਾਰੀ ਕੀ ਕਰੇ? ਉਹ ਕਹਿੰਦੀ ਮੈਂ ਆਪਦਾ ਢਿੱਡ ਪਾਲਾਂ ਕਿ ਕੁੜੀ ਦੀ ਰਾਖੀ ਬੈਠਾ। ਕੁੜੀ ਨੇ ਤਾਂ ਵਿਆਹ ਹੀ ਜਾਣਾ, ਰੂੜੀ ਦਾ ਕੂੜਾ ਰੂੜੀ ਤੇ ਹੀ ਜਾਣਾ ਹੋਇਆ ਉਹ ਜਾਣਾ। ਕੁੜੀ ਤਾਂ ਅੱਜ ਵੀ ਵਿਆਹਣੀ ਤੇ ਕੱਲ ਵੀ। ਉਹ ਕਹਿੰਦੀ ਮੈਂ ਸੁਰਖਰੂ ਹੋਵਾਂ। ਨੀ ਮਾਂ ਤਾਂ ਇਹਦੀ ਮੈਨੂੰ ਸਿਆਣੀ ਲੱਗੀ। ਨੀ ਮਾਂ ਤਾਂ ਬਥੇਰੀ ਸਿਆਣੀ ਹੈ, ਹੁਣ ਤੂੰ ਸਿਆਣਪ ਵਰਤੀ। ਕੁੰਡੇ ਲਾ ਕੇ ਰੱਖੀ ਕਿਤੇ ਜ਼ਿਮੀਂਦਾਰਾਂ ਦੇ ਘਰੇ ਕੰਮ ਨੂੰ ਨਾ ਤੋਰਦੀ, ਹੋਰ ਗੋਹਾ ਕੂੜਾ ਲਾ ਦੇ। ਨਾ ਨਹੀਂ ਭੈਣਾ, ਆਪਾਂ ਨਹੀਂ ਪੈਂਦੇ ਇਹੋ ਜਿਹੇ ਹੁਣ ਜਗ੍ਹਾ ਤੇਰੀ ਵੱਡੀ ਨਹੀਂ ਦੀਦੀ, ਉਹ ਕਿੱਥੇ ਗਈ ਹੈ? ਉਹ ਜ਼ਮੀਂਦਾਰਾਂ ਦੇ ਕੰਮ ਤੇ ਗਈ ਹੈ। ਬਸ ਆਂਦੀ ਹੋਣੀ ਹੈ। ਲੈ ਉਹ ਤੁਰੀ ਪਈ ਆਂਦੀ ਹੈ। ਸਤਿ ਸ੍ਰੀ ਅਕਾਲ ਮਾਸੀ, ਤਕੜੀ ਐ? ਨੀ ਸਤਿ ਸ੍ਰੀ ਅਕਾਲ ਬਥੇਰੀ ਤਕੜੀ ਆ ਮੈਂ ਤਾਂ। ਹੋਰ ਲਾਤਾ ਕੰਮ ਨੇ ਪਰੇ? ਨਹੀਂ ਮੈਂ ਤਾਂ ਜਿਹੜਾ ਕੰਮ ਮੈਥੋਂ ਲਾਣਾ ਜਵਾਂ ਨੇਪਰੇ ਲਾ ਕੇ ਹਟਦੀ ਆ, ਮੈਂ ਨਹੀਂ ਹਟਦੀ ਪਿੱਛੇ। ਤੇ ਤੂੰ ਆ ਦੱਸ ਡੋਲੂ ਕਿਵੇਂ ਚੱਕਿਆ? ਉਹ ਸਰਦਾਰਨੀ ਨੇ ਬੋੜੀ ਬਾਤੀ ਸੀ, ਆਂਦੀ ਤੁਹਾਡੇ ਘਰੇ ਪਰੋੜੇ ਆਏ ਹੋਗੇ, ਖਾਤੀ ਜਾਊ। ਨਹੀਂ ਫੇਰ ਤਾਂ ਚੰਗੀ ਲੱਗਦੀ ਹੈ ਤੇਰੀ ਸਰਦਾਰ ਆਹੋ ਸਰਦਾਰਨੀ ਤਾਂ ਬਾੜੀ ਹੋ ਚੰਗੀ ਐ। ਅੱਛਾ ਨੀ ਘਰ 'ਚ ਤਾਂ ਉਹ ਸਰਦਾਰ ਦੀ ਚੱਲਦੀ ਹੈ। ਅੱਛਾ ਉਹਦੀ ਅੱਖਾਂ ਦੇ ਸਾਹਮਣੇ ਬੋਲੀ ਕੀ ਲੱਸੀ ਦਾ ਡੋਲੂ ਵੀ ਨਹੀਂ ਆ ਉਹਦੀ ਅੱਖਾਂ ਸਾਹਮਣੇ ਬਚ ਕੇ ਆ ਸਕਦਾ। ਹਾਂ ਬੀਬੀ, ਅੱਜ ਉਹ ਕਚਹਿਰੀ ਗਿਆ ਸੀ ਕਿਸੇ ਕੰਮ ਵਿੱਚ। ਅੱਛਾ ਤਾਂ ਹੀ ਵਾਲੀ ਆ ਗਈ। ਨਹੀਂ ਚੱਲਦੀ ਏ ਸੀਤੋ ਲਈ ਭੋਰਾ ਦੁੱਧ ਦਾ ਤੱਤਾ ਕਰ ਲਈਏ। ਨਵੀਂ ਵਿਆਹੇ ਆਈ ਨਹੀਂ ਹੈ, ਕਹਿੰਦੀ ਹੁਣੀ ਨਾਂਦਿਆਂ ਨੂੰ ਚਾਹ ਨਾ ਪਾਣੀ। ਚੰਗਾ ਬੇਬੇ। ਨਹੀਂ ਮੈਨੂੰ ਵੀ ਦੁੱਧ ਦਾ ਗਲਾਸ ਪਿਆਓ, ਅੱਜ ਤਾਂ ਵਿਚੋਲਣ ਹੈ। ਚੰਗਾ ਹਾਂ ਮਾਸੀ। हो सिर चलो वे, ते पंड चावां दी चाई फिरदी ए, सिर ते पंड चावां दी चाई फिरदी ए, एक कुड़ी सुपने सजाई फिरदी ए, ओ एक कुड़ी सुपने सजाई फिरदी ए, सिर ते पंड चावां दी ਤਾਂ ਬੜਾ ਹੀ ਕਵੇਲਾ ਹੋ ਗਿਆ। ਨੀ ਸੀਤੋ ਕਿੱਤੀ ਏ ਹਾਂ ਬੀਬੀ। ਘਰ ਦੀ ਰਾਖੀ ਕਰੀ। ਮੈਂ ਅੱਜ ਆ ਰਹੀ ਹਾਂ ਹੁਣੀ ਤੇ ਗੋਖਰ ਵਾਰੀ ਕਰਕੇ ਰੋਟੀ ਟੁੱਕ ਕਰ ਲਈ। ਚੰਗਾ ਬੀਬੀ। ਮਿਰਚਾਂ ਕੁੱਜੇ 'ਚ ਪਈਆਂ ਤੇ ਲੂਣ ਦੀ ਡਲੀ ਡੱਬੇ 'ਚ ਪਈ ਹੈ। ਕਰ ਲਓ ਬੀਬੀ ਮੈਂ। ਗੱਲ ਸੁਣ ਸੀਤੋ, ਇੱਕ ਗੱਲ ਮੇਰੀ ਗੱਠ ਬੰਨ ਲਾ।
ਸਿਓਪਰੇ ਬੰਦੇ ਨਾਲ ਗੱਲ ਨਾ ਕਰੀ ਤੇ ਬਾਹਰ ਲਗਾ ਲਾ। ਚੰਗਾ ਵੀ ਨਹੀਂ ਆਈ। ਨਾ ਹੁਣ ਬੰਦਾ ਰੋਟੀ ਟੁੱਕ ਕਰੇ ਵੀ ਤਾਂ ਕਿਹਦੇ ਲਈ? ਇੱਕ ਮੈਂ ਜਾਂ ਦੋ ਜਵਾਬ ਜੇਠ ਮੇਰੇ ਤੋਂ। ਅੰਤੀ ਭੈਣ ਤੇ ਬੀਬੀ ਤਾਂ ਉੱਥੇ ਹੀ ਰੋਟੀ ਖਾ ਲੈਂਦੀਆਂ ਜਿੱਥੇ ਗੋਹਾ ਕੂੜਾ ਕਰਦੀਆਂ, ਤੇ ਬਾਈ ਜੀ ਤੇ ਵੀ ਉੱਥੇ ਖਾ ਲੈਂਦੇ ਆ ਜਿੱਥੇ ਸੀਰ ਰਲੇ ਹੋਏ ਆ। ਚੱਲ ਮਨਾ ਰੋਟੀ ਟੁੱਕ ਕਰ ਹੀ ਲਵਾਂ। ਉਹ ਭਾਬੀ ਇਹਦੀ ਭਾਬੀ ਹੈ ਗੱਲੇ ਦੀ ਇਹ ਚਾਬੀ ਹੈ। ਭਾਬੀ ਇਹਦੀ ਭਾਬੀ ਇਹ ਗੱਲੇ ਦੀ ਇਹ ਚਾਬੀ ਹੈ। ਉਹ ਭਾਬੀ ਇਹਦੀ ਭਾਬੀ ਹੈ ਗੱਲੇ ਦੀ ਇਹ ਚਾਬੀ ਹੈ। ਹਾਂ ਕੀ ਹੈ ਤੁਹਾਨੂੰ ਭੈਣ ਦਿਓ ਖਸਮੋ? ਭਾਬੀ ਇਹ ਕਿੰਨੀ ਸੋਹਣੀ ਹੈ। ਮਾੜਾ ਜਿਹਾ ਹੱਸ ਕੇ ਤਾਂ ਬਤਾ ਦੇ। ਠਹਿਰ ਲਓ, ਤੁਹਾਨੂੰ ਮੈਂ ਦੱਸਦੀ ਹਾਂ। ਕਿੱਥੇ ਹੋ ਤੁਸੀਂ? ਕਿੱਥੇ ਹੋ ਤੁਸੀਂ? ਕਿੱਥੇ ਹੋ? ਅਸੀਂ ਡਰਦੇ। ਅੱਛਾ ਕਿਵੇਂ ਡਰਦੇ ਹੋ ਫਿਰ? ਕਿਵੇਂ ਡਰਦੇ ਹੋ? ਆ ਲੰਗੋ ਤੁਹਾਡੇ ਬਾਈ ਨੂੰ ਹੱਥ ਨੇ ਦੱਸਦੀ ਆ। ਨਾ ਜਵੇ ਨਹੀਂ ਨਾਲੇ ਬਾਈ ਦਾ ਕੰਮ ਦੇ ਗਿਆ ਹੋ ਗਿਆ ਦਾ ਉੱਠਣ ਟਾਈ। ਅੱਜ ਜੋ ਮੈਨੂੰ ਕਹਿ ਕੇ ਗਿਆ ਅੱਜ ਛੇਤੀ ਆ ਜਾਓ। ਜੇ ਬਾਈ ਆ ਵੀ ਗਿਆ ਤਾਂ ਅਸੀਂ ਕਹਿ ਦਾਂਗੇ ਕਿ ਨਵੀਂ ਭਾਬੀ ਦਾ ਜੀ ਲਵਾਉਂਦੇ ਸੀ। ਤੁਸੀਂ ਮੇਰਾ ਜੀ ਲਵਾਉਂਦੇ ਹੋ ਕਿ ਮੇਰਾ ਜੀ ਜਲਾਉਂਦੇ ਹੋ? ਨਾ ਭਾਬੀ ਇਹ ਦੱਸ ਚੰਗਾ ਕੀ ਲੱਗਦਾ ਹੈ? ਉਹ ਦੱਸ ਤਾਂ ਸਹੀ। ਤੁਹਾਨੂੰ ਕੀ ਦੱਸਾਂ ਮਦਾਰੀਆਂ ਨੂੰ? ਦੱਸ ਦੇ ਦੱਸ ਤਾਂ ਸਹੀ ਭਾਬੀ। ਮੈਨੂੰ ਨਾ ਪੰਜਾਬੀ ਗਾਣੇ ਬਹੁਤ ਸੋਹਣੇ ਲੱਗਦੇ ਆ, ਪੁਰਾਣੇ ਪੰਜਾਬੀ ਗਾਣੇ। ਆਹੋ ਸੁਰਿੰਦਰ ਕੌਰ ਦੇ, ਗੁਰਮੀਤ ਬਾਵਾ ਦੇ, ਏਦਾਂ ਦੇ ਪੰਜਾਬੀ ਗਾਣੇ ਮੈਨੂੰ ਬਹੁਤ ਚੰਗੇ ਲੱਗਦੇ। ਉਹ ਸੁਰਿੰਦਰ ਕੌਰ ਦੀ ਤਾਂ ਚਪਾਈਆਂ ਕਰੇ ਨਾਲੇ ਉਹਨੂੰ ਵਜਾਉਣ ਵਾਲਾ ਵੀ ਪਿਆ। ਮੈਂ ਲੈ ਕੇ ਆਵਾਂ ਇਕੱਠੇ ਬਹਿ ਕੇ ਸੁਣਾਂਗੇ। ਚੱਲ ਆ ਜੇ ਤੁਹਾਡਾ ਬਾਈ ਆ ਗਿਆ ਫਿਰ? ਬਾਈ ਦਾ ਆਪ ਨਾਲ ਬਹਿ ਕੇ ਸੁਣਦਾ ਸਾਡੇ। ਚੱਲ ਆ ਫਿਰ। ਬੇਟੇ 2 ਮਿੰਟ ਰੁਕ ਬਸ ਮੈਂ ਹੁਣੇ ਗਿਆ ਤਾਂ ਹੁਣੇ ਆ ਗਿਆ। 2 ਮਿੰਟ ਦੇਖੀ ਭਾਬੀ ਤਾਂ ਨਵੇਂ ਗਾਣੇ ਸੁਣਾਉਂਦੇ ਆਪਾਂ। ਆ ਦੇਖ ਤੂੰ ਚਿਪ ਬਸ ਹੁਣੇ ਔਨ ਕਰ ਦੇਣੀ ਆ। ਕੀ ਹੋ ਗਿਆ? ਕੀ ਹੋਇਆ ਹੁਣ? आओ कंजरो की कंजर खाना लावे आओ पा चोटो आवर रानी साहबा अग पानियां नु ओ अग पानियां नु हाड़ियां मैं लाई निकलती है ये हों तो आके कटा लाया है या तो काम नु अपने सी तो कर लो पिछो है निक तो कर। ਉਹਦਾ ਮੂੰਹ ਵੇਂਦੀ ਨੂੰ ਤਾਂ ਮੈਨੂੰ 6 ਮਹੀਨੇ ਤੋਂ ਉੱਪਰ ਟੱਪ ਗਏ। ਰਾਣੀ ਸਾਹਿਬਾਂ ਨੂੰ ਜੁਲਫਾ ਸਵਾਰਨ ਤੋਂ ਵੇਲ ਲਈ ਅਬੂ ਦਰੀਆਂ ਫੇਰ ਨਹੀਂ ਸਮਝਦੀਆਂ। ਘਰੋਂ ਖੋਰਸਾ ਕਰਕੇ ਜਾਓ ਤੇ ਕਬਾਲੋਂ ਕਰਕੇ ਆਓ ਤੇ ਆਉਂਦਿਆਂ ਨੂੰ ਆ ਪਾਣੀ ਵਾਲਾ ਘੜਾ ਵੀ ਖਾਲੀ ਖਿਆਉਂਦਾ ਤਾਂ ਵਿਹੜੇ 'ਚ ਗਾਹ ਹੋਈ ਪਿਆ ਹੁੰਦਾ। कोई ना तेनू जिम्मेदार बोलेगा छेती जा तू फिर आपदी पट्ठे नु जाना हुंदा। ਕੰਮ ਤੇ ਇਹਨੂੰ ਭੇਜਿਆ ਕਰ। ਵੇਲੀ ਵੱਡੀ ਮੇਮ ਸਾਹਿਬ ਨੂੰ ਡੱਕਾ ਨਹੀਂ ਤੋੜਨਾ ਹੁੰਦਾ ਘਰੇ। ਬੈਠੀ ਰਹਿੰਦੀ ਹੈ ਇਹ। ਹਾਂ ਮੈਂ ਨਹੀਂ ਜਾਂਦੀ ਕਿਸੇ ਜ਼ਿਮੀਦਾਰ ਦੇ ਕੰਮ ਕੁੰਮ ਤੇ। ਵਿਚੋਲਣ ਗੱਲ ਕਰਕੇ ਗਈ ਸੀ ਨਾ, ਤੂੰ ਕੀ ਕਰ ਲੇਂਗੀ? ਤਾਂ ਦੇਖ ਲੈ ਕਿੱਦਾਂ ਜਵਾਨ ਚਲਾਉਂਦੀ ਹੈ ਭਰਾਵਾ ਪਿੱਟੀ। ਤੂੰ ਨਾ ਪਰੇ ਹੋ ਜਾ ਮੇਰੇ ਤੋਂ ਖੋਸੜੇ ਨਾ ਖਾ ਲਈ। ਨਹੀਂ ਤੂੰ ਹੋਏਂਗੀ ਭਰਾਵਾ ਪਿੱਟੀ। ਤੂੰ ਹੈ ਭਰਾਵਾ ਪਿੱਟੀ। ਆਈ ਵੱਡੀ ਕਿੱਥੋਂ ਤੂੰ ਕਰਦੀ ਹੈ ਤੂੰ ਉਹਦੇ ਕੇ ਬਸ की रहा करके बाके रोज दा क्लेश छेड़ के बजे नहीं शर्म नहीं आती तैनू ਆਪਦੀ ਮੇਲ ਨੂੰ ਸਾਹਮਣੇ ਇੱਥੇ ਕੋਈ ਮੇਲੇ ਨੂੰ ਟੁੱਕਣ ਨਹੀਂ ਚਾਹੁੰਦੇ। ਹਾਂ या ले तू ना कछ कर चल तू अंदर। क्यों ना बामा बीबीए इन्हां दा रोज दा ही काम आ काम करके नहीं राजी ते दूजी बोलण चंगा भाई कर लो कठ ते हो जाओ वखरे वखरे कर लो तीला तीला करदा। ओ जिंदगी लगदा जी रहे हाँ किसे दे हिस्से दे जिस्म जान ते लगदा है हर एक चा उदारा है ਚਲ ਬੇਬੇ ਲੈ ਉਦਾਰੇ ਰੁੱਖੇ ਸੁੱਕੇ ਹਾਸੇ ਹੋਰਾਂ ਤੋਂ
इत्थे हर एक रीज ते हर एक चाह उदारा है। ओ जिंदगी लगदा जी रहे हाँ किसे दे हिस्से दी, जिस्म जान ते लगदा हर एक चाह उदारा है। ਤਾਂ ਸਾਲੇ ਲੋਕ ਕੁੱਤਿਆਂ ਨੂੰ ਬੰਨ ਕੇ ਨਹੀਂ ਰੱਖਦੇ, ਕੁੱਤੇ ਰੱਖ ਲੈਣੇ ਆ ਬੰਨ ਵੀ ਲੋਕ ਨੇ ਕੁੱਤਿਆਂ ਨੂੰ। ਚੱਲ ਦੋ ਘੜੀ ਆਰਾਮ ਕਰੀਏ ਨਾ। ਅੰਦਰ ਜਾ ਕੇ ਚੱਕ ਲਾ ਉਹਨੂੰ, ਕਿਉਂ ਰਵਾਇਆ? ਇੱਥੇ ਵਿਹਲੀ ਬੈਠੀ ਭਾਂਡੇ ਮਾਂਜੀ ਜਾਂਦੀ ਆ। ਦੁੱਧ ਨੂੰ ਰੋਂਦਾ ਹੈ? ਕਿੱਥੋਂ ਲਿਆਵਾਂ ਇਹ ਦੁੱਧ ਦਾ ਗੜਵਾ? ਮੈਂ ਦੱਸ ਹੁਣ ਕੀ ਕਰਾਂ? ਮੈਨੂੰ ਤਾਂ ਜਿਹੜੀ ਭੋਰਾ ਦੁੱਧ ਖੀਰ ਬਦਲੇ ਦੁੱਧ ਦੀ ਘੁੱਟ ਮਿਲਦੀ ਆ ਉਹ ਵੀ ਕਰੇ ਲੈਣਾ, ਹੋਰ ਮੈਂ ਕਰ ਵੀ ਕੀ ਸਕਦਾ? ਤੂੰ ਕੀ ਕਰਨਾ? ਨਾ ਮੈਂ ਸੋਚਦੀ ਆ ਮੱਝ? ਉਹ ਮੱਝ ਤੂੰ ਕਾਸ ਦੀ ਲੈ ਲੈਂਗੀ ਸੀਤ ਗੁਰੇ, ਗੱਲਾਂ ਤਾਂ ਤੂੰ ਸ਼ਾਹੂਕਾਰਾਂ ਦੇ ਰਤਨ ਲਾਲਾਂ ਨੂੰ ਕਰਦੀਆਂ। ਉਹ ਥੱਪਾ ਲੁੱਟਾਂ ਦਾ ਚਾਹੀਦਾ ਮੱਝ ਵਾਸਤੇ, ਮੱਝ ਨਾ ਲੈ ਲਈਏ। ਪਰ ਜਵਾਕਾਂ ਦਾ ਢਿੱਡ ਵੀ ਤਾਂ ਭਰਨਾ ਹੈ। ਤੂੰ ਤਾਂ ਤੁਰ ਜਾਣਾ, ਸਾਰੀ ਦਿਹਾੜੀ ਘਰ ਨਹੀਂ ਹੁੰਦਾ। ਇਹਨਾਂ ਨਾਲ ਲਾਰੇ ਲਾ ਲਾ ਕੇ ਦਿਨ ਤਾਂ ਮੈਨੂੰ ਨਹਾਉਣਾ ਪੈਂਦਾ। ਕਦੀ ਕਹਿੰਦੀ ਆ ਅੱਖ ਦੇ ਲਗਾ ਜਾ, ਕਦੀ ਕਹਿੰਦੀ ਆ ਪੁੱਤ ਸਵੇਰੇ ਦੁੱਧ ਆ ਜਾ। ਨਾ ਏਦਾਂ ਨਹੀਂ ਹੁੰਦੀ ਤੂੰ। ਉਹ ਆਂਦੇ ਹੁੰਦੇ ਆ ਵੀ ਡਾਢੇ ਦਾ 37 ਦੀ 100 ਤੇ ਗਰੀਬ ਦਾ 7 ਤੇ 20 27, ਜਿਹਦੇ ਚੋਂ 15 ਦੇ ਤਾਂ ਲੀੜੇ ਲੱਤੇ ਆ ਜਾਂਦੇ ਆ ਤੇ 12 ਬਿਮਾਰੀਆਂ ਸ਼ਮਾਰੀਆਂ ਤੇ ਹੋਰ ਨਿੱਕ ਥੁੱਕ ਦੇ ਲਾਗੇ, ਤੇ ਬਾਕੀ ਆ ਰਹਿੰਦੀਆਂ ਖੁੰਦੀਆਂ ਚੀਜ਼ਾਂ ਦੇ ਉਹ ਇੱਥੇ ਪ੍ਰਧਾਨ ਮੰਤਰੀ ਸਾਹਿਬ ਨੇ ਆ GST ਠੋਕ ਰੱਖਿਆ। ਟੀਚਰਾਂ ਨਾ ਕਰ ਬਹੁਤੀਆਂ, ਟੀਚਰਬਾਜੀ ਨਾਲ ਜੀਣੀ ਦੇ ਢਿੱਡ ਨਹੀਂ ਭਰਦੇ ਹੁੰਦੇ। ਚੱਲ ਕੋਈ ਨਾ, ਤੂੰ ਕੋਈ ਹੱਲ ਕੱਢ। ਆ ਬੀਬੀ ਵਿਚਾਰੀ ਤਾਂ ਫਿਰ ਕਦੇ ਕਤਾਈ ਦੁੱਧ ਦਾ ਗੜਵਾ ਜਵਾਕਾਂ ਨੂੰ ਦੇ ਦਿੰਦੀ ਹੈ, ਪਰ ਆ ਤੇਰੀ ਭਰਜਾਈ ਬਗਿਆੜੀ ਸੂਈ ਕੁੱਤੀ ਵਾਂਗੂ ਪੈਂਦੀ ਹੈ ਮਸੂਮਾਂ ਨੂੰ। ਹੱਲ ਤਾਂ ਹੈਗਾ ਸੀ ਤੁਰੇ, ਪਰ ਉਹਨੂੰ ਤੂੰ ਮੰਨਦੀ ਨਹੀਂ। ਨਾਲੇ ਬੀਬੀ ਨੇ ਵੀ ਤਾਂ ਨਹੀਂ ਮਾਰਨਾ ਉਸ ਗੱਲ ਨੂੰ। ਤੂੰ ਹੱਲ ਦੱਸ, ਬੀਬੀ ਦੇ ਨੰਨੇ ਨੂੰ ਕੀ ਹੈ? ਬੀਬੀ ਕਹਿੰਦਾ ਸਾਨੂੰ ਮੋਗੇ ਥਾਣੀ ਦਾਲਾਂ ਤੇ ਰੋਟੀਆਂ ਸੁੱਟਦੀ ਫਿਰਦੀ ਹੈ। ਆ ਨੰਬਰਦਾਰ ਨੇ ਕਈ ਵਾਰੀ ਪੁੱਛਿਆ ਵੀ ਆ ਗੋਹੇ ਕੂੜੇ ਤੇ ਆਪਦੀ ਭਰਜਾਈ ਜਾਂ ਘਰ ਵਾਲੇ ਨੂੰ ਲਾ ਦੇ। ਮੈਂ ਕਰ ਲੂ ਗੋਹਾ ਕੂੜਾ, ਫਿਰ ਕੀ ਹੈ? ਘੱਟੋ ਘੱਟ ਜਵਾਕਾਂ ਦਾ ਢਿੱਡ ਤਾਂ ਭਰੂ। ओ जिंदगी लगदा जी रहे हाँ किसे दे हिस्से दी, जिस्म जान ते लगदा हर एक चाह उदारा है। ले उदारे रुखे सुके हासे हो रातों, इत्थे हर एक रीज ते हर एक चाह उदारा है। ओ जिंदगी लगदा जी रहे हाँ किसे दे हिस्से दी, जिस्म जान ते लगदा हर एक चाह उदारा है। ਚਾਹ ਬਣੀ ਪਈ ਹੈ, ਪਾ ਕੇ ਪੀ ਲਈ। ਹਾਂ ਹਾਂ ਕੋਈ ਨਾ, ਪੀ ਲੂੰਗਾ। ਸਤਿ ਸ਼੍ਰੀ ਅਕਾਲ ਭਾਬੀ। ਸਤਿ ਸ਼੍ਰੀ ਅਕਾਲ ਬਾਈ। ਉਹ ਚੱਲਿਆ। ਹਾਂ ਬਈ, ਉਹ ਯਾਰ ਭਾਬੀ ਕਿੱਧਰ ਇਸ ਵੇਲੇ? ਉਹ ਨੰਬਰਦਾਰਾਂ ਨੇ ਕਿਹਾ ਗੋਹਾ ਕੂੜਾ ਕਰਨ, ਘਰੇ ਵੀ ਤਾਂ ਵਿਹਲੀ ਰਹਿੰਦੀ ਸੀ। ਉਹ ਤੈਨੂੰ ਪਤਾ ਤੂੰ ਫੇਰ ਯਾਰ। ਉਹ ਤੂੰ ਬਾਟੀਆਂ ਚੱਕ ਦੋ, ਤੈਨੂੰ ਚਾਹ ਪਿਆਉਣਾ ਮੈਂ ਕਿਹੜੀ ਚੱਕ ਚੱਕ ਛੇਤੀ। ਹਾਂ ਇਹ ਆ ਲੈ ਵੀ ਮੰਤਰਾ, ਤੂੰ ਚਾਹ ਪੀ ਕਿਹੜੀ? ਪੀਲਾ ਪੀਲਾ। ਉਹ ਚਾਹ ਤਾਂ ਠੀਕ ਹੈ। ਆ ਇੱਕ ਗੱਲ ਨਹੀਂ ਮੈਨੂੰ ਸਮਝ ਲੱਗੀ। ਆ ਜਿਹੜਾ ਤੂੰ ਭਾਬੀ ਨੂੰ ਜ਼ਿੰਮੇਦਾਰਾਂ ਦੇ ਘਰੇ ਗੋਹੇ ਕੋਲੇ ਦਾ ਕੰਮ ਲਵਾਇਆ ਨਾ, ਹਾਂ ਤੇਰਾ ਇਹ ਨਹੀਂ ਚੰਗਾ ਕੀਤਾ। ਉਹ ਘਰੇ ਵੀ ਕੀ ਕਰਦੀ ਸੀ ਯਾਰ, ਨਾ ਪਸ਼ੂ ਨਾ ਢਾਂਡਾ। ਹੁਣ ਨਾਲੇ ਜਵਾਕਾਂ ਦੇ ਮੂੰਹ ਪੂਰਾ ਵੱਧ ਪੈ ਜਾ ਕਰੂਗੀ। ਉਹ ਤਾਂ ਠੀਕ ਆ, ਜਿੱਦਾਂ ਦੀ ਵਿਆਹ ਕੇ ਆਈ ਨਾ ਪਿੰਡ 'ਚ ਤਾਂ ਜ਼ਿੰਮੇਦਾਰਾਂ ਦੇ ਮੁੰਡੇ ਬਿੜਕਾ ਰੱਖਦੇ ਨੇ ਇਹਦੀਆਂ। ਉਹ ਲੈ, ਉਦੋਂ ਦੀ ਗੱਲ ਹੋਰ ਸੀ।
ਹੁਣ ਸੁੱਖ ਨਾਲ 2 ਜਵਾਕਾਂ ਦੀ ਮਾਂ ਹੋ, ਨਾਲੇ ਐਸੀ ਵੈਸੀ ਟੀਵੀ ਨਹੀਂ ਹੈ ਸੀ ਤੋਂ। ਓਏ ਐਸੀ ਵੈਸੀ ਦੀ ਤਾਂ ਹੀ ਤਾਂ ਪਿੰਡ ਦੀ ਮੰਡੀਰ ਬਿਟਕਾ ਰੱਖਦੀ ਐ। ਉਹ ਕਿਹੜਾ ਹੁਣ ਕੱਚੀ ਕੁੜੀ ਆ, ਸੁੱਖ ਨਾਲ 5-7 ਸਾਲ ਹੋ ਗਏ ਵਿਆਹ ਗਿਆ ਇਹਨੂੰ। ਜਵਾਕੜੀ ਨਹੀਂ ਉਹ, ਸਭ ਸਮਝਦੀ ਆ। ਠੰਡੀ ਹੋ ਗਈ ਕੀ ਚਾਹ ਕਰਨਾ ਪਿੱਛੇ ਖੇਤ ਪਾਣੀ ਦੀ ਵਾਰੀ ਚੜੀਏ। ਜੇ ਇੱਕ ਵੀ ਪਿਆਰਾ ਪਾਣੀ ਕੋਲ ਛੁੱਟ ਗਿਆ ਨਾ ਤਾਂ ਗਾਣਾ ਮੀਂਹ ਬਣਾ ਦੂ ਜ਼ਿਮੀਂਦਾਰ। ਜਿੱਦਾਂ ਦੀ ਸੀਤੋ ਕੋਹਾ ਕੂੜਾ ਕਰਨ ਲੱਗੀ ਹੈ ਨਾ, ਉਦਾਂ ਦਾ ਥੋੜੀ ਲਿਆਜ ਵਰਤਦਾ ਆਪਣੇ ਨਾਲ। ਉਹ ਚੰਗਾ ਭਰਾਵਾ, ਗਰੀਬੀ ਕਾਹਦੀ ਆਕਰ, ਤੂੰ ਜਾ ਉਹਦੀ ਗਾਲਾਂ ਗੂਲਾਂ ਨਹੀਂ ਗੋਲ ਦੇ। ਚੱਲ ਉਹ ਆਪਾਂ ਡਰਦੇ ਆ ਜ਼ਿਮੀਂਦਾਰ ਤੋਂ, ਸਾਨੂੰ ਕਦੇ ਡਰ ਮਾਰਿਆ ਗੋਲ ਦੇ ਬੋਲੀ ਜਾਂਦੇ ਆ ਮੈਂ ਚੱਕਣਾ ਕਰਦੀ ਮੜਾ ਜਾ। ਚੱਲ ਓਏ ਆਪਾਂ ਨੂੰ ਕਰਾ ਡਰ ਉਹਨਾਂ ਦਾ। ਚੱਲ ਕੋਈ ਨਾ, ਆ ਜਾ ਤੂੰ ਛੇਤੀ। ਜੇ ਬੋਲੂਗਾ ਦੇਖ ਲਈ ਉਹ ਗੱਲ ਸੁਣਨ ਵਾਲੇ। ਕੋਈ ਨਾ ਉੱਥੇ ਜਾ ਕੇ ਕਹਿ ਲੈ ਕਿ ਮੈਂ ਉਹਨੂੰ ਗਾਲਾਂ ਕੱਢਦਾ ਸੀਗਾ। ਡਰ ਗਿਆ ਸ਼ੇਰ। ਸੱਚੀ ਭਰਾਵਾ ਗਰੀਬ ਮਾਰਨਾ ਕਰਵਾ ਉਹ ਦੇ। ਆ ਜਾ ਆ ਜਾ, ਕੁਝ ਨਹੀਂ ਕਹਿੰਦਾ ਮੈਂ। ओ जिंदगी लगदा जी रहे हाँ किसे दे हिस्से दी, जिस्म जान ते लगदा हर एक चा उदारा है, लय उदारे रुखे सुखे हासे हो रातों, इथे हर एक रीज ते हर एक चा उदारा है, इथे हर एक रीज ते हर एक चा उदारा है। ਪਹਿਲਾ ਕੰਮ ਵੱਲੀਆਂ ਦੇ ਵਾਲ ਕੱਟਣੇ, ਉਹ ਦੂਜਾ ਕੰਮ ਬੋਤਲਾਂ ਦੇ ਡੱਕ। ਅੱਜ ਦਿਨ ਬੜਾ ਵਧੀਆ ਚੜਿਆ ਬਈ। ਆ ਭਾਬੀ ਤੂੰ ਤਾਂ ਬਾੜੀ ਸੋਹਣੀ ਐ। ਪਿੰਡ ਚ ਸਾਰਿਆਂ ਨਾਲੋਂ ਸੋਹਣੀ ਤਾਂ ਤੂੰ ਐ ਭਾਬੀ। ਅੱਛਾ ਹਾਂ ਤੈਨੂੰ ਮੇਰੇ ਤੋਂ ਕੀ ਸੋਹਣਾ ਲੱਗਦਾ? ਆ ਤੇਰੀਆਂ ਅੱਖਾਂ, ਤੇਰੇ ਬੁੱਲ ਤੇ ਆ ਤੇਰਾ ਲੱਕ ਲੱਕ। ਤੂੰ ਬਹੁਤੀਆਂ ਗੱਲਾਂ ਨਾ ਮਾਰ ਸਿਰਿਆ। ਜਦ ਤੂੰ ਵਿਆਹ ਕਰਾਉਣਾ ਹੋਇਆ ਨਾ ਤਾਂ ਆਉ ਤੋਂ ਵੀ ਸੋਹਣੀ ਲੈ ਕੇ ਦਊਂ ਤੈਨੂੰ। ਤੂੰ ਇੱਧਰ ਆ ਜਰਾ, ਟੋਕਰਾ ਚਕਾ ਕੇ ਨਾ। ਹਾਂ ਭਾਬੀ। ਕਿੰਨੀ ਸੋਹਣੀ ਆ ਸੀ ਤੂੰ, ਹਸੂ ਹਸੂ ਕਰਦਾ ਚਿਹਰਾ, ਚਮਕਦੀਆਂ ਅੱਖਾਂ, ਲੰਬੇ ਲੰਬੇ ਵਾਲ। ਸਾਡੇ ਘਰ ਕੰਮ ਕਰਦੀ ਨੂੰ 6 ਵਰੇ ਤੋਂ ਉੱਪਰ ਹੋ ਗਿਆ, ਪਰ ਅੱਜ ਤੱਕ ਕਦੀ ਮੇਰੇ ਕੰਨੀ ਝਾਕੀ ਵੀ ਨਹੀਂ ਮਾਰੀ। ਅੱਜ ਵੇਖੀ ਜਾਓ, ਬੇਬੇ ਬਾਪੂ ਵੀ ਘਰੇ ਹੈ ਨਹੀਂ। ਅੱਜ ਜਿੱਤ ਹੌਲਾ ਕਰ ਹੀ ਲੈਣਾ। ਸਿਰਿਆ ਹਾਂ ਭਾਬੀ। अब वहीं हाथ जगह। ਹਾਂ ਹਾਂ ਭਾਬੀ। ਭਾਬੀ ਤੂੰ ਤਾਂ ਪਰੀਆਂ ਨੂੰ ਵੀ ਮਾਤ ਪਾਉਂਦੀ ਐ। हाथ छड़ मेरा सिरिया। ਭਾਬੀ ਧਰਨਾ ਜਾ ਤੁਰਦੀ ਐ ਨਾ ਗਾਂਗੂ, ਜੀ ਕਰਦਾ ਕਿ ਥਾਂ ਹੀ ਕੀਰਦਾ। ਭਾਬੀ ਮੇਰੀ ਗੱਲ ਤਾਂ ਸੁਣ ਲੈ। हाथ छड़ मेरा सिरिया। ਭਾਬੀ ਮੇਰੀ ਗੱਲ ਤਾਂ ਸੁਣ ਲੈ। हाथ छड़ मेरा सिरिया। ਭਾਬੀ ਆ ਜਾ ਅੰਦਰ ਜਾ। हाथ छड़ मेरा ਭਾਬੀ ਕਰੇ सिरिया। ਤਾਂ। हाथ ਭਾਬੀ छड़ ਕਰੇ ਤਾਂ। मेरा सिरिया। ਭਾਬੀ ਕਰੇ ਤਾਂ। हाथ छड़। ਭਾਬੀ ਅੰਦਰ ਜਾ। कंजरा अपनी मां का हाथ फड़, कंजरा अपनी मां का। ਭਾਬੀ ਮੇਰੀ ਗੱਲ ਤਾਂ ਸੁਣ ਭਾਬੀ। ਮੇਰੀ ਗੱਲ ਤਾਂ ਸੁਣ। ਭਾਬੀ ਗੱਲ ਤਾਂ ਸੁਣ ਲੈ। मैं वैसी टीवी नहीं कंजरा, जाके अपनी मां का हाथ फड़ कुत्तिया, अपनी बहन का हाथ फड़। अस जिंदगी च सदरां दा हार लैके आए, साडे लेख पैरा हेठ अंगियार लैके आए, साडे फुल्लां जेह चावस कंडे मेरे जिउंदे जीजे तैनू को
ਬਣੀ ਪਈ ਆ, ਲਵੇਂਗਾ ਘੁੱਟ। ਕਾਲਜਾ ਲੱਗੀ ਫੁਕਿਆ ਪਿਆ, ਤੂੰ ਚਾਹ ਪਿਆ ਕੇ ਹੋਰ ਫੁੱਕ ਦੇ। ਲਾਇਆ ਘੁੱਟ। ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਆ ਜ਼ਿਮੀਦਾਰਾਂ ਦੇ ਮੁੰਡੇ ਗਰੀਬ ਦੀਆਂ ਕੁੜੀਆਂ ਨੂੰ ਕੁੜੀਆਂ ਨਹੀਂ ਸਮਝਦੇ। ਲੈ ਚਾਹ ਪੀ। ਨਾ ਫਿਰ ਕਿਸੇ ਨੰਬਰਦਾਰ ਨਾਲ ਗੱਲ ਕੀਤੀ ਸੀ ਸੀਤ ਕੁਰੇ, ਪਰ ਆਪਦੀ ਨਿੱਕੀ ਦੇ ਯਾਰ ਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ। ਨਾ ਉਹਨੇ ਤੇਰੇ ਸਾਹਮਣੇ ਸੀਰਾ ਸੱਦਿਆ ਸੀ ਕਿ ਨਹੀਂ? ਨਾ ਕਾਨੂੰ ਆਪਦੇ ਪੁੱਤ ਦੀ ਖੋਟ ਕੰਮ ਕੱਢੇ। ਅੱਗੋਂ ਤੇਰਾ ਨਾਲ ਲੈ ਕੇ ਕਹਿੰਦਾ ਕਿ ਕਰਨਾ ਗੋਹਾ ਕੂੜਾ, ਤੇ ਵੱਖੀਆਂ ਤੋਂ ਤੰਗ ਸੂਟ ਪਾ ਕੇ ਕਿਹਨੂੰ ਦਿਖਾਉਂਦੀ ਫਿਰਦੀ ਐ? ਨਾ ਜੇ ਮੈਂ ਬੱਖੀਆਂ ਤੋਂ ਤੰਗ ਸੂਟ ਪਾਉਣੀ ਆ ਤਾਂ ਉਹਦੇ ਕਿਉਂ ਨਾਗ ਲੜਦਾ ਹੈ? ਮੈਂ ਤਾਂ ਆਪ ਫਿਰ ਕਹਿੰਦਾ ਨੰਬਰਦਾਰ ਨੂੰ, ਭਾਈ ਸਰਦਾਰਾ ਜਿੰਨੀ ਨਿਭਗੀ ਬਹੁਤ ਹੈ, ਅੱਗੇ ਤੋਂ ਮੇਰਾ ਹਿਸਾਬ ਕਰ ਦਿਓ। ਇਹ ਬੰਦਾ ਆਪਣਾ ਹੋਰ ਲੱਭ ਲਿਆ ਕੋਈ। ਫਿਰ ਕੀ ਕਹਿੰਦਾ? ਕਹਿੰਦਾ ਠੀਕ ਆ ਤੇ ਲਿਆ ਜਿਵੇਂ ਤੇਰਾ ਚਿੱਤ ਮੰਨੇ। ਤੇ ਹੁਣ ਕਹਾਂ ਕੀ ਸੋਚਿਆ? ਉਹ ਸੋਚਣਾ ਕੀ ਆ ਸੀਤ ਕੁਰੇ, ਕੰਮ ਕਰਨ ਵਾਲੇ ਬੰਦੇ ਨੂੰ ਕਿਤੇ ਕੰਮ ਦੀ ਤੋਟ ਆ। ਮੈਂ ਸ਼ਹਿਰ ਜਾ ਕੇ ਦਿਹਾੜੀ ਲਾ ਲਿਆ ਕਰੂੰਗਾ, ਪਰ ਇੱਕ ਗੱਲ ਯਾਦ ਰੱਖੀ ਸੀਤ ਕੁਰੇ, ਮੈਂ ਤੇਰੇ ਧਿਆਨ 'ਚ ਨਹੀਂ ਆਉਣ ਦਿੰਦਾ। ਮੇਰੇ ਜਿਉਂਦੇ ਜੀ ਜੇ ਤੈਨੂੰ ਕੋਈ ਕੁਝ ਕਹਿ ਗਿਆ, ਸੱਚ ਜਾਣੀ ਹਾਣ ਦੀ ਜਿਉਂਦਾ ਮੈਂ ਨਾ ਰਹਿ ਗਿਆ। ਹਾਂ ਸੱਚ ਜਾਣੀ ਹਾਣ ਦੀ ਜਿਉਂਦਾ ਮੈਂ ਨਾ ਰਹਿ ਗਿਆ। ਨਾ ਪੁੱਤ ਦਾਦੀ ਨੇ ਕਿਉਂ ਮੰਗਾਉਣੇ ਆ? ਨਾ ਮੇਰਾ ਪੁੱਤ, ਮੈਂ ਆਪਣੀ ਪਰੀਆਂ ਵਰਗੀ ਧੀ ਨੂੰ ਕਿਉਂ ਬੰਨੂਗੀ? ਇਹਦੇ ਨਾਲ ਤਾਂ ਆਪਾਂ ਆਪਣੀ ਮੱਝ ਬੰਨਾਂਗੇ। ਆਪਣੀ ਮੱਝ? ਹਾਂ ਆਪਣੀ ਮੱਝ। ਅੱਜ ਤੇਰਾ ਬਾਪੂ ਡੰਗਰਾਂ ਦੀ ਮੰਡੀ ਗਿਆ, ਉਹ ਮੱਝ ਲੈ ਕੇ ਆਊ ਤੇ ਤੂੰ ਤੇ ਤੇਰਾ ਵੀਰਾ ਕੋਲਾ ਭਰ ਭਰ ਦੁੱਧ ਪੀਓ। ਸੱਚੀ? ਹਾਂ। ਮੈਂ ਤਾਂ 2 ਵਾਰੀ ਪੀਊ। ਨਾ ਮੇਰਾ ਪੁੱਤ, ਤੂੰ 3 ਵਾਰੀ ਪਿਆ ਕਰੀ ਬਸ। ਜਵਾਕਾਂ ਦਾ ਚਾਹ ਚੱਕਿਆ ਨਹੀਂ ਜਾਂਦਾ ਸੀ ਤੇ ਸਾਡੇ ਘਰ ਵੀ ਮੱਝ ਆ ਗਈ। ਰਾਤ ਨੂੰ ਵੀ ਬੈਟਰੀਆਂ ਮਾਰ-ਮਾਰ ਦੇਖਦੇ ਸੀ ਕਿ ਮੱਝ ਕਿੱਲੇ ਤੇ ਖੜੀ ਹੈ ਕਿ ਨਹੀਂ। ਜ਼ਿੰਦਗੀ ਸਜਾਉਣ ਲਈ ਫੁੱਲ ਚੁਣ ਲਏ ਨੇ। ਜ਼ਿੰਦਗੀ ਸਜਾਉਣ ਲਈ ਫੁੱਲ ਚੁਣ ਲਏ ਨੇ। ਪੁੱਤਰਾ ਵੇ ਅਸੀਂ ਚਾਹ ਹੋਰ ਬੁਣ ਲਏ ਨੇ। ਪੁੱਤਰਾ ਵੇ ਅਸੀਂ ਚਾਹ ਹੋਰ ਬੁਣ ਲਏ ਨੇ। ਮੱਝ ਦੇ ਘਰੇ ਆਉਣ ਨਾਲ ਜਵਾਕਾਂ ਨਾਲ ਦੁੱਧ ਪੀਣ ਦਾ ਚਾਅ ਪੂਰਾ ਹੋਇਆ। ਉਹ ਧਾਰ ਚੋਣ ਵੇਲੇ ਆਪੋ ਆਪਣੀਆਂ ਕੌਲੀਆਂ ਲੈ ਕੇ ਮੱਝ ਦੇ ਕੋਲੇ ਬਹਿ ਜਾਂਦੇ ਤੇ ਦੁੱਧ ਦੀਆਂ ਮੁੱਛਾਂ ਲਾ ਕੇ ਹੱਸਦੇ ਲੋਟ ਪੋਟ ਹੋਈ ਜਾਂਦੇ। ਪਰ ਆਪਣਾ ਢਿੱਡ ਭਰਨ ਲਈ ਮੱਝ ਦਾ ਢਿੱਡ ਭਰਨਾ ਵੀ ਤਾਂ ਜ਼ਰੂਰੀ ਸੀ। ਕੁਝ ਕੁ ਦਿਨ ਤਾਂ ਇਹ ਕੰਮ ਮੈਂ ਆਪ ਕੀਤਾ ਪੱਠਿਆਂ ਵਾਲਾ, ਤੇ ਮੇਰੇ ਮੰਡੀ ਸ਼ਹਿਰ ਜਾਣ ਕਰਕੇ ਇਹ ਪੱਠਿਆਂ ਵਾਲਾ ਕੰਮ ਸੀਤੋ ਦੇ ਹਿੱਸੇ ਆ ਗਿਆ ਤੇ ਹੌਲੀ ਹੌਲੀ ਉਹ ਪੱਠੇ ਵੜਦੀ। ਮੱਝ ਦੇ ਆਉਣ ਨਾਲ ਇੱਕ ਕੰਮ ਹੋਰ ਸਾਵਾਂ ਹੋ ਗਿਆ। ਕਾਂਤੀ ਭਾਬੀ ਤੇ ਸੀਤੋ ਵੀ ਇੱਕ ਦੂਜੇ ਨਾਲ ਘਿਓ ਖਿਚੜੀ ਰਹਿਣ ਲੱਗੀਆਂ ਤੇ ਉਹ ਅਕਸਰ ਪੱਠੇ ਲੈਣ ਇਕੱਠੀਆਂ ਹੀ ਜਾਂਦੀਆਂ। ਸੀਤੋ ਚੱਲ ਚੱਲੀਏ, ਪੱਠਿਆਂ ਨੂੰ ਤਾਂ ਕਵੇੜਾ ਹੋ ਜੂ, ਫਿਰ ਕੋਈ ਸੱਪ ਸਪੂਤੀ ਲੜ ਜਾਂਦੀ ਹੈ। ਆ ਵੀ ਬੀਬੀ, ਆ ਭੈਣੇ ਦੇਖ ਲੰਗਾਰ ਹੋਇਆ ਪਿਆ ਸੀ ਪਾਟ ਕੇ, ਧੁੱਪੇ ਭਰਦੀ ਸੀ ਇਹਦੇ। ਨਾ ਤੈਨੂੰ ਕੋਈ ਹੋਰ ਨਾ ਮਿਲਿਆ? ਨਾ ਭੈਣੇ, ਪੱਠੇ ਦੱਥੇ ਨੂੰ ਆਹੀ ਰੱਖਿਆ ਹੋਇਆ। ਤੇ ਜੇ ਉੱਥੇ ਪਾੜ ਗਿਆ ਫੇਰ? ਨਾ ਨਹੀਂ ਕੰਤੀਏ, ਤੇਰੀਆਂ ਇਹੋ ਗੱਲਾਂ ਰਹੀਆਂ। ਚੱਲ ਪੱਠਿਆਂ ਨੂੰ ਚੱਲੀਏ। ਚੱਲੀਏ। ਹਾਂ ਤੇ ਫਿਰ ਇਉਂ ਸਾਡੇ ਦਿਲ ਸੋਹਣੇ ਲੰਘਣ ਲੱਗ ਗਏ। ਅਸੀਂ ਜ਼ਿਮੀਂਦਾਰਾਂ ਦੇ ਖੇਤਾਂ ਚੋਂ ਕੱਖ ਕੱਢੇ ਲਿਆਉਂਦੇ ਤੇ ਮੱਝ ਦਾ ਢਿੱਡ ਭਰਦੇ ਤੇ ਮੱਝ ਸਾਡਾ ਜਵਾਕ ਰੱਜ ਕੇ ਦੁੱਧ ਪੀਂਦੇ।
ਤੇ ਨਾਲੇ ਅਸੀਂ ਵੇਚਦੇ। ਏਦਾਂ ਹੀ ਮੈਂ ਘਰ ਦੇ ਕੰਮ ਧੰਦੇ ਕਰਦੀ ਤੇ ਸ਼ਾਮ ਨੂੰ ਖੇਤਾਂ 'ਚ ਮੈਂ ਕੱਖ ਕੱਢੇ ਇਕੱਠੇ ਕਰ ਲਿਆਉਂਦੀ ਤੇ ਇੱਕ ਦਿਨ ਮੈਨੂੰ ਘਰ ਦੇ ਕੰਮ ਕਰਦੀ ਨੂੰ ਕਵੇਲਾ ਹੋ ਗਿਆ ਤੇ ਮੈਂ ਫਟਾਫਟ ਦਾਤੀ ਚੱਕੀ ਤੇ ਦਵਾ ਖੇਤਾਂ 'ਚੋਂ ਕਾਂ ਖੁੰਦਣ ਲੱਗ ਪਈ ਤੇ ਸਾਹਮਣੇ ਆਉਂਦਾ ਦਿਖਿਆ। ਸਤਿ ਸ਼੍ਰੀ ਅਕਾਲ ਭਾਬੀ। ਸਤਿ ਸ਼੍ਰੀ ਅਕਾਲ ਬੰਤਿਆ। ਕਿਵੇਂ ਭਾਬੀ? ਅੱਜ ਪੱਠਿਆਂ ਨੂੰ ਵਾਵਾ ਹੀ ਕਿਵੇਲਾ ਕਰ ਲਿਆ? ਹਾਂ ਬੰਤਿਆ, ਅੱਜ ਥੱਕੀ ਹਾਰੀ ਦੀ ਅੱਖ ਨੇ ਅੱਖ ਲੱਗ ਗਈ, ਮੁੜ ਕੇ ਪੱਠਿਆਂ ਨੂੰ ਕਵੇਲਾ ਹੋ ਗਿਆ। ਉਹ ਚੱਲ ਕੋਈ ਨਹੀਂ ਭਾਬੀ, ਫਿਰ ਕੀ ਹੋ ਗਿਆ ਜੇ ਕਿਵੇਲਾ ਹੋ ਗਿਆ ਤਾਂ? ਉਹ ਤੂੰ ਆਪਣੇ ਟੱਕ 'ਚ ਵੱਢ ਲੈਣੇ ਸੀ ਪੱਠੇ। ਨਾ ਭਾਈ, ਸਾਨੂੰ ਨਹੀਂ ਗਰੀਬਾਂ ਨੂੰ ਰਾਸ ਹੁੰਦੇ ਤੁਹਾਡੇ ਟੱਕ ਦੇ ਪੱਠੇ। ਕਿਉਂ ਭਾਬੀ? ਸਾਡੇ ਟੱਕ ਦੇ ਪੱਠੇ ਤੁਹਾਡੀ ਮੱਝ ਖਾਂਦੀ ਨਹੀਂ ਕਿ? ਮੈਂ ਬੰਤੇ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ, ਪਰ ਉਦੋਂ ਮੈਨੂੰ ਸੱਚੀ ਬਹੁਤ ਕਵੇੜਾ ਹੋ ਗਿਆ ਕਰਦੀ ਤੇ ਉਧਰੋਂ ਆਥਣ ਨੂੰ ਇਹ ਕਵੇੜੇ ਹੋਇਆ ਆ ਤੇ ਆਉਂਦੇ ਨੇ ਕਲੇਸ਼ ਕੀਤਾ। ਤੀਵੀਂ ਵਿਚਾਰੀ ਕੀ ਕਰੇ, ਬੰਦਾ ਥੱਕਿਆ ਟੁੱਟਿਆ ਆਉਂਦਾ, ਜ਼ਿਮੀ ਦੇ ਚਾਰ ਧੱਫੇ ਲਾ ਕੇ ਆਪਣਾ ਗੁੱਸਾ ਠੰਡਾ ਕਰ ਲੈਂਦਾ, ਪਰ ਤੀਵੀਂ ਵਿਚਾਰੀ ਕਿਹਨੂੰ ਦੱਸੇ। ਪਰ ਇੱਕ ਗੱਲ ਸਾਫ਼ ਹੋ ਗਈ ਉਸ ਦਿਨ ਕਿ ਜੇ ਮੈਂ ਬੰਤੇ ਦੇ ਖੇਤ 'ਚ 2 ਡੱਕੇ ਵੱਢ ਵੀ ਲੈਂਦੀ ਤਾਂ ਉਹਨੂੰ ਕੀ ਫਰਕ ਪੈਣਾ ਸੀ ਤੇ ਮੇਰੇ ਸਾਰੇ ਕੰਮ ਟਾਈਮ ਸਿਰ ਨਿਬੜ ਜਾਣੇ ਸੀ। ਨਾ ਘਰ 'ਚ ਕਲੇਸ਼ ਪੈਂਦਾ, ਨਾ ਉਹ ਚਾਰ ਧੱਫੇ ਮਾਰਦਾ। ਇੱਕ ਦਿਨ ਫੇਰ ਮੈਨੂੰ ਬੜਾ ਹੀ ਕਵੇਲਾ ਹੋ ਗਿਆ ਤੇ ਮੈਂ ਦਾਤੀ ਚੱਕੀ ਤੇ ਬਿਨਾਂ ਸੋਚੇ ਸਮਝੇ ਬੰਤੇ ਦੇ ਖੇਤਾਂ ਨੂੰ ਪਹੁੰਚ ਗਈ। ਕਿਵੇਂ ਭਾਬੀ? ਠੀਕ ਹੈ? ਠੀਕ ਹੈ ਬੰਤਿਆ, ਅੱਜ ਰੱਜੋ ਨੇ ਪੈਰ ਤੇ ਸੱਟ ਲਵਾ ਲਈ, ਪਿੰਡ ਦੇ ਡਾਕਟਰ ਕੋਲ ਗਈ ਨੂੰ ਦੇਰ ਹੋ ਗਈ। ਲੈ ਦੱਸ ਨਾ ਭਾਬੀ, ਮੈਂ ਤੇਰੇ ਤੋਂ ਪੁੱਛਿਆ ਵੀ ਕਿਉਂ ਦੇਰ ਹੋ ਗਈ, ਕਿਉਂ ਤੈਨੂੰ ਕਵੇਲਾ ਹੋ ਗਿਆ? ਉਹ ਤੂੰ ਬੇਫਿਕਰ ਹੋ ਕੇ ਇੱਥੋਂ ਆਪਣੇ ਟੱਕ 'ਚੋਂ ਵੱਢ ਲਿਆ ਕਰ ਪੱਠੇ। ਤੇ ਸੱਚ ਅਭੀ ਆਪਣੇ ਉਹ ਬਾਈ ਦਾ ਕੀ ਰੌਲਾ ਪੈ ਗਿਆ ਸੀ ਲੈ ਕੇ ਆਉਣਾ? ਰੋਲਾ ਕਾਹਦਾ ਬੰਤਿਆ? ਹੂੰ। ਗਰੀਬਾਂ ਦੀ ਇੱਜ਼ਤ ਨੂੰ ਹਰ ਕੋਈ ਤਪਾਉਂਦਾ। ਉਹ ਨਹੀਂ ਭਾਬੀ, ਤੂੰ ਐ ਕਿਉਂ ਸੋਚਦੀ ਐ? ਉਹ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ, 5 ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਹਰੇਕ ਬੰਦੇ ਦਾ ਆਪੋ ਆਪਣਾ ਹਿਸਾਬ ਕਿਤਾਬ ਹੁੰਦਾ। ਭਾਬੀ ਤੂੰ ਬੇਫਿਕਰ ਹੋ ਕੇ ਜਦੋਂ ਮਰਜ਼ੀ ਆਪਣੇ ਟੱਕ 'ਚੋਂ ਇੱਥੋਂ ਪੱਠੇ ਲੈ ਜਾ ਕਰ, ਤੈਨੂੰ ਕੋਈ ਨਹੀਂ ਰੋਕਦਾ। ਉਹ ਆਖਿਰ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਨਾ। ਲੈ ਚਕਾਵਾ ਤੈਨੂੰ ਪੰਡ। ਅੱਛਾ ਚਾਹ ਚੰਗਾ ਭਾਬੀ। ਚੰਗਾ ਬੰਤਿਆ। ਬੰਤੇ ਦੀ ਗੱਲ ਨਾਲ ਮੈਨੂੰ ਤਸੱਲੀ ਤਾਂ ਬਹੁਤ ਹੋ ਗਈ ਤੇ ਨਾਲੇ ਜਿਵੇਂ ਨਾ ਸਾਡੀ ਮੱਝ ਨੂੰ ਚੰਗੇ ਪੱਠਿਆਂ ਦੀ ਪਛਾਣ ਹੋ ਗਈ ਤੇ ਉਹ ਦੁੱਧ ਵੀ ਖਾਸਾ ਦੇਣ ਲੱਗ ਗਈ ਤੇ ਫਿਰ ਦਿਨ ਵਧੀਆ ਲੰਘਣ ਲੱਗ ਪਏ। ਮੱਝ ਦੁੱਧ ਦਿੰਦੀ, ਮੈਂ ਪੱਠਿਆਂ ਨੂੰ ਜਾਂਦੀ, ਬੰਤੇ ਨਾਲ ਹੱਸਾ ਮਖੌਲ ਕਰਦੀ ਤੇ ਮੈਨੂੰ ਬੰਦਾ ਪੰਡ ਚਕਾਉਂਦਾ ਤੇ ਨਾਲੇ ਮੈਂ ਬੰਤੇ ਨਾਲ ਹਾਸਾ ਮਜ਼ਾਕ ਕਰਦੀ। ਜਾ ਵੇ ਬੰਤਿਆ, ਤੈਨੂੰ ਤਾਂ ਪੰਡ ਚਕਾਉਣੀ ਵੀ ਨਹੀਂ ਆਉਂਦੀ। ਹਾਂ ਚੱਲ ਕੋਈ ਨਹੀਂ ਭਾਬੀ। ਤੇ ਇੱਕ ਦਿਨ ਪਰ ਪਿੰਡ 'ਚ ਹੋਰ ਹੀ ਹਵਾਈਆਂ ਉੱਡਣ ਲੱਗ ਪਈਆਂ। ਇੱਕ ਦਿਨ ਭਾਬੀ ਹਾਂ ਬੰਤਿਆ। ਭਾਬੀ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਸੀ। ਹਾਂ ਦੱਸ ਬੰਤਿਆ। ਭਾਬੀ ਤੈਨੂੰ ਤਾਂ ਪਤਾ ਕੀ ਹੈ, ਆਪਾਂ ਤਾਂ ਹੀ ਬਸ ਮਾੜਾ ਮੋਟਾ ਹੱਸ ਖੇਡ ਲੈਂਦੇ ਆ ਹਨਾ, ਉਹੀ ਬਸ ਸਹਿਜ ਸੁਭਾਅ ਗੱਲਾਂ ਕਰ ਲੈਂਦੇ ਆ। ਪਰ ਉਧਰ ਉਹ ਪਿੰਡ ਵਾਲੇ ਉਹ ਪਤਾ ਨਹੀਂ ਆਪਣੇ ਬਾਰੇ ਕੀ ਕੁਝ ਸੋਚੀ ਜਾਂਦੇ ਨੇ, ਉਹ ਕੀ ਕੁਝ ਗੱਲਾਂ ਬਣਾਈ ਜਾਂਦੇ ਨੇ। ਮੈਂ ਤੈਨੂੰ ਕੀ ਦੱਸਾਂ ਭਾਬੀ? ਸਾਨੂੰ ਕੀ ਬਣਾਈ ਜਾਣ, ਜਿਵੇਂ ਦੀਆਂ ਗੱਲਾਂ ਬਣਾਉਂਦੇ ਆ। ਜਦ ਸਾਡੇ ਚਿੱਤ 'ਚ ਕੋਈ ਖੋਟ ਨਹੀਂ, ਸਾਨੂੰ ਲੋਕਾਂ ਦੀ ਕੀ ਪਰਵਾਹ। ਗੱਲ ਤਾਂ ਤੇਰੀ ਸਹੀ ਹੈ ਭਾਬੀ, ਪਰ ਬਦਨਾਮੀ ਤਾਂ ਆਪਣੇ ਸਾਰੇ ਪਿੰਡ 'ਚ ਹੁਣ ਹੋ ਹੀ ਗਈ। ਹੁਣ ਜੇ ਆਪਾਂ ਗਲਤ ਹੋ ਵੀ ਜਾਈਏ ਤਾਂ ਵੀ ਕਿਸੇ ਨੂੰ ਬੰਦੇ ਨੂੰ ਮੈਂ ਜਵਾਬ ਤਾਂ ਨਾ ਦਿੱਤਾ, ਪਰ ਮੇਰੇ ਅੰਦਰ ਬਾਹਰ ਬਹੁਤ ਕੁਝ ਤਿੜਕ ਗਿਆ। ਜਵਾਕਾਂ ਦੇ ਭੁੱਖ ਤੇ ਮੱਝ ਦੀ ਭੁੱਖ ਦੇ ਮੋਹਰੇ ਜਿਵੇਂ ਬੰਤੇ ਦੀ ਭੁੱਖ ਆ ਗਈ। ਪਿੰਡ ਵਾਲਿਆਂ ਦੀ ਨਜ਼ਰਾਂ ਵਿੱਚ ਮੈਂ ਉਹਨਾਂ ਦਾ ਹੀਰੋ ਬਣ ਗਿਆ। ਹਰ ਕੋਈ ਆਉਂਦਾ ਜਾਂਦਾ ਮੈਨੂੰ ਖਾਮ ਖਾ ਦੀਆਂ ਵਧਾਈਆਂ ਦੇ ਜਾਂਦਾ। ਉਹ ਕੀ ਹਾਲ ਹੈ ਬੰਦੇ? ਠੀਕ ਠਾਕ ਹੈ?
ਯਾਰ ਬਾਲੀ ਕੌਣ ਸੀ? ਤੂੰ ਕਿੱਦਾਂ ਕਾਬੂ ਕਰ ਗਿਆ? ਚੱਲ ਠੀਕ ਹੈ, ਨਹੀਂ ਦੱਸਣਾ ਤੇ ਨਾ ਦੱਸ। ਮੈਨੂੰ ਇਹ ਸਭ ਬੜਾ ਚੰਗਾ ਲੱਗਦਾ। ਮਾਨੀ ਮਾਨ ਮੈਨੂੰ ਇੱਕ ਅਲੌਕਿਕ ਸਕੂਨ ਜਿਹਾ ਮਹਿਸੂਸ ਹੁੰਦਾ। ਪਰ ਸੱਚ ਦੱਸਾਂ, ਮੈਂ ਕਦੇ ਵੀ ਸੀਤੋ ਦਾ ਬੁਰਾ ਨਹੀਂ ਸੋਚਿਆ। ਉਹ ਪਹਿਲੇ ਦਿਨੋਂ ਹੀ ਮੈਨੂੰ ਬੜੀ ਚੰਗੀ ਲੱਗੀ। ਹੋ ਜ਼ਿੰਦਗੀ ਲੱਗਦਾ ਜੀ ਰਹੇ ਹਾਂ ਕਿਸੇ ਦੇ ਹਿੱਸੇ ਦੀ, ਇੱਥੇ ਹਰ ਇੱਕ ਰੀਝ ਤੇ ਹਰ ਇੱਕ ਚਾਅ ਉਦਾਰਾ ਹੈ, ਇੱਥੇ ਹਰ ਇੱਕ ਰੀਝ ਤੇ ਹਰ ਇੱਕ ਚਾਅ ਉਦਾਰਾ ਹੈ। ਉਹ ਦਾਰੂ ਤਾਂ ਨਾਲ ਜੱਟ ਦੇ ਕਬਰਾਂ ਤੱਕ ਜਾਊ ਨੀ। ਅੱਜ ਮਖਾਈਆ ਅੰਗਰੇਜ਼ੀ ਅੱਜ ਰੰਗਾ ਸਵਾਦ ਅੱਗ ਲਾਉਣ ਦਾ ਤੇ ਅਗਲੇ ਦੇ ਉੱਚ ਤਾਂ ਅੱਗ ਲਾਉਣੀ ਚੰਗੀ ਤਰ੍ਹਾਂ ਸੀ ਤੋਂ ਤੇ ਬੰਦਾ ਤਾਂ ਨਾ ਬਸ ਫੇਰ ਰਹਿ ਗਿਆ ਤੇ ਅੱਲਾ ਮੇਰੇ ਅੰਦਰ ਤਾਂ ਇੰਨੀ ਅੱਗ ਬਚੀ ਨਾ ਪੂਰੀ ਉਲਟੀਆਂ ਕਰਦਾ ਪੂਰੀ ਉਲਟੀਆਂ। ਉਹ ਕੀ ਫੇਰ ਰਹਿ ਗਿਆ ਤੇ ਅੱਲਾ ਉਹ ਆ ਗਿਆ ਉਹ ਸਬਜ਼ੀ ਬਣ ਗਈ ਸਬਜ਼ੀ। ਉਹ ਭਾਈ ਆ ਜਾ ਲੰਘਿਆ ਬੈਠੀ ਹੈ ਦੋ ਘੜੀ। ਉਹ ਭਾਈ ਤੂੰ ਤਾਂ ਗੁੱਸਾ ਹੀ ਕਰ ਗਿਆ। ਆ ਤੈਨੂੰ ਤਾਂ ਅਸੀਂ ਸਗੇ ਭਰਾਵਾਂ ਨਾਲ ਵੱਧ ਮੰਨੀਦਾ। ਉਹ ਰਹਿਣ ਦੇ ਸੀਗਾ। ਉਹ ਆ ਜਾ ਬਾਈ ਫੇਰ ਕੀ ਹੋ ਗਿਆ? ਉਹ ਨਹੀਂ ਕਾਹਨੂੰ? ਜੇ ਤੂੰ ਗੁੱਸਾ ਨਾ ਅਸੀਂ ਤੈਨੂੰ ਗੁੱਸੇ ਨਹੀਂ ਰਹਿਣ ਦੇਣਾ। ਆ ਜਾ ਛਿੱਟ ਲਾਉਨੇ ਆ। ਅੱਛਾ ਛਿੱਟ ਲਾਉਨੇ ਆ। ਉਹ ਨਹੀਂ ਰਹਿਣ ਦੇ। ਉਹ ਚੱਲ ਠੀਕ ਹੈ। ਆ ਜਾ ਉਹ ਤੂੰ ਸਾਰੀ ਗੱਲਾਂ ਛੱਡ ਪਹਿਲਾਂ ਘੁੱਟ ਖਿੱਚ। ਉਹ ਨਹੀਂ ਬਾਈ ਰਹਿਣ ਦੇ ਤੂੰ। ਉਹ ਖੜ ਜਾ। ਉਹ ਨਾ ਕਾਨੂੰ। ਉਹ ਬਾਈ ਖੜਦਾ ਉਹ ਕਾਨੂੰ। ਜਾ ਫੜ ਚੰਗਾ ਬਈ ਛੋਟੇ ਵੀਰ, ਜੇ ਮੈਂ ਤੇਰਾ ਚਿੱਤ ਮੰਨੇ। ਹਾਂ ਉਹ ਖੜਕਾ ਹਾਂ ਖੱਚ ਭਾਈ ਫੇਰ ਆਪਾਂ ਦੁੱਖ ਸੁੱਖ ਦੀਆਂ ਗੱਲਾਂ ਕਰਨੀਆਂ ਠੀਕ ਆ। ਰਾਜ ਭਾਈ ਤੂੰ ਤਾਂ ਜਮੀ ਯਾਰ ਸਾਥ ਛੱਡ ਗਿਆ। ਉਹ ਰਹਿਣ ਦੇ ਤੂੰ। ਉਹ ਖਾਤਾ ਜਾ। ਉਹ ਨਾ ਤੂੰ ਕੰਮ ਕੀ ਛੱਡਿਆ? ਤੂੰ ਤਾਂ ਸਾਨੂੰ ਸੱਤ ਬਗਾਨਿਆਂ ਨੂੰ ਸਮਝਣ ਲੱਗ ਗਿਆ। ਉਹ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ। ਫੇਰ ਕਿੱਦਾਂ ਦੀ ਗੱਲ ਆ ਭਾਈ? ਉਹ ਨਾਲੇ ਕਹਾਣੀਆਂ ਨੇ ਤਾਂ ਛੋਟੇ ਵੀਰ ਘਾਈ ਖੋਤਣੇ ਆ। ਭਾਈ ਜੇ ਤੇਰੇ ਦਿਲ 'ਚ ਕੋਈ ਗੱਲ ਹੈ ਨਾ ਤਾਂ ਮੈਨੂੰ ਦੱਸ ਦੇ। 100 ਮਾਰ ਕੇ ਇੱਕ ਗਿਣੀ। ਨਹੀਂ ਵੀਰ ਗੱਲ ਤਾਂ ਕੋਈ ਨਹੀਂ ਦਿਲ 'ਚ। ਪਰ ਮੇਰੇ ਦਿਲ 'ਚ ਤਾਂ ਬਾਈ ਜਿਵੇਂ ਨਾ ਗਲਾਨੀ ਜੀ ਭਰੀ ਪਈ ਐ। ਮੇਰੀ ਤਾਂ ਕੋਈ ਗਲਤੀ ਵੀ ਨਹੀਂ ਸੀ। ਤੁਸੀਂ ਆਨੀ ਝੱਜੂ ਪਾ ਕੇ ਬਹਿ ਗਏ। ਨਾਲੇ ਮੈਂ ਤਾਂ ਤੁਹਾਡਾ ਦਿਲੋਂ ਕਰਦਾ ਸਗੇ ਭਰਾਵਾਂ ਨਾਲੋਂ ਵੀ ਵੱਧ ਮੰਨੀਦਾ। ਉਹ ਤਾਂ ਮੈਨੂੰ ਪਤਾ ਹੀ ਆ। ਚੱਲ ਛੱਡ ਬਾਈ ਆ ਚੱਕ ਆਪਾਂ ਹੋਰ ਖਿੱਚਦੇ ਆ ਇੱਕ। ਉਹ ਨਹੀਂ ਬਹੁਤ ਹੋ ਗਈ। ਉਹ ਹੁਣ ਘਰੇ ਵੀ ਜਾਣਾ ਫਿਰ। ਆ ਤਾਂ ਘਰ ਆ ਤੇਰਾ ਚੱਲ ਜੀ ਬਾਈ। ਉਹ ਕੋਈ ਨਹੀਂ ਕਬੇੜੇ ਨੂੰ ਗਲਾਸ ਫੜਾ ਯਾਰ। ਆ ਲਾ ਫੜ ਚੱਲ ਜੇ ਹੁਣ ਪਾਈ ਦਿੱਤੀ ਆ ਤਾਂ ਕਾਹਨੂੰ ਨਿਰਾਦਰ ਕਰਨਾ ਤੇਰੇ ਮੇਰੇ ਦੰਦਾ। ਹਾਂ ਬਾਈ ਖਿੱਚ ਲੈ ਆ ਭਾਈ ਆ ਤੈਨੂੰ ਪਤਾ ਪਿੰਡ 'ਚ ਕੀ ਹੁੰਦਾ ਫਿਰਦਾ? ਨਾ ਬਈ ਕੁਛ ਤਾਂ ਪਤਾ ਰੱਖਿਆ ਕਰ। ਤੂੰ ਵੀ ਇਸੇ ਪਿੰਡ ਦਾ ਹੈ। ਤੂੰ ਦੱਸ ਦੇ ਫਿਰ। ਆ ਭਲਾ ਤੁਹਾਡੇ ਘਰ ਪੱਠੇ ਕਿਹਦੇ ਖੇਤੋਂ ਆਉਂਦੇ ਆ? ਪਤਾ ਨਹੀਂ ਬਈ। ਉਹ ਬੰਦੇ ਕਿਉਂ? ਅੱਛਾ ਹੋਰ ਉਹ ਭਾਬੀ ਤੇ ਬੰਦਾ ਸਾਰਾ ਦਿਨ ਉਹ ਖੇਤਾਂ 'ਚ ਮੈਨੂੰ ਤਾਂ ਬਾਈ ਬੋਲਦਿਆਂ ਵੀ ਸ਼ਰਮ ਆਉਂਦੀ ਆ। ਮੈਥੋਂ ਤਾਂ ਨਹੀਂ ਬਰਦਾਸ਼ਤ ਹੁੰਦਾ। ਹਾਂ ਤੂੰ ਪਤਾ ਨਹੀਂ ਕਿਵੇਂ ਬਰਦਾਸ਼ਤ ਕਰੀ ਜਾਂਦਾ। ਵੀਡੀਓ ਕੁੱਤੀ ਰੰਨ ਦੀ ਇਹਨੂੰ ਮੈਂ ਦੱਸਦਾ ਜਾ ਕੇ ਸਾਲੀ ਨੂੰ। ਨਾ ਭਾਈ ਨਾ ਉਹ ਗੱਲ ਸੁਣ। ਉਹ ਘਰ ਬੈ ਕੇ ਸੁਲਝਾ ਲਿਓ। ਐਵੇਂ ਬਾਹਰ ਨਾ ਰੌਲਾ ਪਾਇਓ। ਘਰ ਉੱਜੜ ਜੂ ਤੇਰਾ। ਉਹ ਕਿਧਰੇ ਨਹੀਂ ਉੱਜੜਦਾ ਕਰ। ਮਾਪੀ ਸਾਂਭ ਲੂੰਗਾ ਘਰ ਨੂੰ। ਉਹ ਭਾਈ ਖੜ ਜਾ। ਉਹ ਭਾਈ ਮੇਰੀ ਗੱਲ ਸੁਣ ਕਰ। ਆ ਦੇ ਆ ਸਪੈਸ਼ਲ ਤੇਰੇ ਵਾਸਤੇ ਲਿਆਂਦੀ ਸੀ ਅੰਗਰੇਜ਼ੀ। ਹਾਂ ਜਾਂਦਾ ਦੋ ਘੁੱਟ ਲਾ ਜੀ। ਨਾਲੇ ਘਰ ਜਾ ਕੇ ਇੱਕ ਅੱਧਾ ਪੈਗ ਹੋਰ ਲਾ ਲਈ। ਉਹ ਕੋਈ ਨਾ ਲਾ ਲੂੰਗਾ ਮੈਂ। ਉਹ ਖੜ ਜਾ। ਨਾਲੇ ਨਾ ਤੀਵੀਂ ਨੂੰ ਕੁੱਟੀ ਦਾ ਨਹੀਂ ਹੁੰਦਾ। ਕੋਈ ਗੱਲ ਨਹੀਂ। ਹਾਂ ਮਿਲਦਾ ਨਹੀਂ। ਕੋਈ ਗੱਲ ਨਹੀਂ। ਉਹ ਤੀਵੀਂ ਨੂੰ ਨਾ ਕੁੱਟੀ। ਉਹ ਤੀਵੀਂ ਭਾਈ ਉਹ ਤੀਵੀਂ ਨੂੰ ਕੁੱਟੀ ਆਉਣਾ ਉਸ ਸਵਾਦ ਲਾਤੀ ਨਾ ਅੱਗ ਫਿਰ। ਚੱਲ ਹੁਣ ਪੈਗ ਲਾਉਨੇ ਆ। ਉਹ ਬੋਤਲ ਤਾਂ ਹੋ ਗਿਆ। ਉਹ ਚੱਲ ਫੇਰ ਕੀ ਆ ਬੋਤਲ ਲਈ ਤਾਂ ਕੰਮ ਕਰਨਾ।
जो तू तो अज तेरा बापू नहीं आ बड़ा ही कवेड़ा करता अज जा पुत्त मंदिर भाग जा पानी पी ले ਬਦਕਾਰ ਰਹਿਣਾ ਕਰੀਮਾ ਦੀ ਤੇਰੀ ਦੀ ਕਿਹੜੇ ਯਾਰ ਦੇ ਖੇਤਾਂ 'ਚ ਤੇਰੀ ਭਰੀ ਵੱਢ ਕੇ ਲੈਣੀ ਹੁੰਦੀ ਆ ਉਹ ਮੈਂ ਨਹੀਂ ਜਾਣ ਦਿੰਦਾ ਸੁੱਕੇ ਲੱਗਾ ਫੂਕੂ ਲੱਗਾ ਅੱਗ ਲਾ ਦੂੰ ਉਹਨੂੰ ਵੱਡੇ ਸਰਦਾਰ ਨੂੰ ਤੇ ਨਾਲੇ ਤੈਨੂੰ ਵੱਡੀ ਸਾਹਿਬਾਂ ਨੂੰ ਕਰੀਮਾ ਦੀ ਤੇਰੀ ਦੀ ना की हो गया केड़े कंजर कोलो पी के आ गया आज ਉਹ ਦੂਰ ਹੋ ਜਾ ਮੇਰੀ ਅੱਖਾਂ ਤੋਂ ਮਾਰੀ ਜਾਣਗੀ ਨਹੀਂ ਮੈਂ ਤੋਂ ਬਾਹਰ ਨਿਕਲ ਜਾ ਕਰੋ ਮੈਂ ਤੇਰੇ ਟੋਟੇ ਟੋਟੇ ਕਰ ਦੂੰ केड़े कंजर ने कान भरते तेरे क्यों बट खाने वांगू होना है ਤੂੰ ਮੇਰੇ ਨਾਲ ਜ਼ਬਾਨ ਲੜਾਉਣੀ ਆ ਮੇਰੇ ਨਾਲ ਹਰ ਤੈਨੂੰ ਮੈਂ ਦੱਸਦਾ ਸਾਲੀਏ ਤੇਰੀ हाय मेरा को मारती ਇਹਨੂੰ ਪੜਾਉਣਾ ਮੈਂ ਵੀਰ तू चाहना की है की चाहना है तू हुन ਚਾਹੁੰਦਾ ਨਾਲੇ ਨਹੀਂ ਚਾਹੁੰਦਾ ਬੈਠ ਵੀ ਮਾਂ ਦੀ ਚਹਿਲ ਰਨ ਦੀ ਤੈਨੂੰ ਮੈਂ ਦੱਸਦਾ हाय मारती मेरा को मारी मेरा ਕੀ ਕਰ ਰੱਖਿਆ ਉਹ ਨਾ ਬਦਨਾਮ ਕਰਾ मैं झूठी मेरी रोटी झूठी सोच भी झूठी होई इस झूठ नू तोड़न दे लई बुक्की पर रोई इस झूठ नू तोड़न दे लई बुक्की पर रोई बुक्की पर रोई बुक्की पर रोई बुक्की पर रोई सारी रात मैं रोंदी कर लौंदी रही कोई ना बोड़िया कदे मैं अपने आप ਨੂੰ ਕੋਸਦੀ ਤੇ ਕਦੇ ਅਧਿਆਲੇ ਨਹੀਂ ਕੋਸਦੀ ਪਰ ਸਭ ਤੋਂ ਚਿੰਤਾ ਜ਼ਿਆਦਾ ਜਿਹੜੀ ਗੱਲ ਸੀ ਉਹ ਸੀ ਆਉਣ ਵਾਲੀ ਸਵੇਰ ਜਦੋਂ ਮੈਂ ਸਵੇਰੇ ਉੱਠਿਆ ਤਾਂ ਰਾਤ ਦੀ ਘਟਨਾ ਇੱਕ ਫਿਲਮ ਵਾਂਗ ਮੇਰੀ ਅੱਖਾਂ ਦੇ ਸਾਹਮਣੇ ਘੁੰਮ ਰਹੀ ਸੀ ਇੱਕ ਤਾਂ ਸਿਰ ਬਹੁਤ ਦੁਖ ਰਿਹਾ ਸੀ ਪਰ ਜਦੋਂ ਹੀ ਦਿਆਲੇ ਦਾ ਚੇਤਾ ਆਉਂਦਾ ਨਾ ਤਾਂ ਮੇਰਾ ਸਿਰ ਪਾਟਣ ਨੂੰ ਆ ਜਾਂਦਾ ਮੇਰਾ ਸਿਰ ਬਹੁਤ ਦੁਖ ਰਿਹਾ ਸੀ ਇਸੇ ਕਰਕੇ ਮੈਂ ਕੰਮ ਤੇ ਵੀ ਨਾ ਗਿਆ ਤੇ ਜਦੋਂ ਸੀਤੋ ਦੁਪਹਿਰ ਨੂੰ ਪੱਠਿਆਂ ਲਈ ਜਾਣ ਲੱਗੀ ਤਾਂ ਤੂੰ ਕਿਸੇ ਕੰਜਰ ਦੇ ਖੇਤਾਂ 'ਚ ਪੱਠੇ ਵੱਢਣ ਨਹੀਂ ਜਾਏਗੀ ਚੁੱਪ ਕਰਕੇ ਘਰੇ ਬੈਠ ਇਹਨਾਂ ਬੇਇਨਸਾਨਾਂ ਦਾ ਕੀ ਕਸੂਰ ਜੇ ਇਹਨਾਂ ਨੂੰ ਪੱਠੇ ਨਾ ਪਾਵਾਂਗੇ ਤੇ ਦੁੱਧ ਕਿੱਥੋਂ ਆਊ ਉਹ ਕਿਧਰੇ ਨਹੀਂ ਭੁੱਖੇ ਮਰਦੇ ਮਾਪੇ ਬੰਦੋਬਸਤ ਕਰੂੰ ਤੂੰ ਚੁੱਪ ਕਰਕੇ ਘਰੇ ਬੈਠ ਦੇਖ ਮੇਰੀ ਗੱਲ ਸੁਣ ਜਾ ਲੈਣ ਦੇ ਜਵਾਕਾਂ ਦਾ ਢਿੱਡ ਵੀ ਇਹਨੂੰ ਕਹਿਤਾ ਨਾ ਚੁੱਪ ਕਰਕੇ ਘਰੇ ਬੈਠ ਜੇ ਬਾਹਰ ਨਿਕਲਿਆ ਲੱਤਾਂ ਤੋੜ ਦੂੰਗਾ ਤੇਰੀਆਂ ਚੱਲ ਅੰਦਰ ਤੇ ਗੁੱਸੇ 'ਚ ਮੇਰੇ ਮੂੰਹ ਕਈ ਕੁਝ ਨਿਕਲ ਗਿਆ ਪਰ ਮੱਝ ਲਈ ਪੱਠਿਆਂ ਦੀ ਜ਼ਿੰਮੇਵਾਰੀ ਨੇ ਮੇਰਾ ਲੱਕ ਤੋੜਤਾ ਸੀ ਸ਼ਹਿਰੋਂ ਕੰਮ ਕਰਕੇ ਪੱਠੇ ਵੱਢਣੇ ਮੇਰੀ ਜਾਨ ਕੱਢ ਲੈਂਦੇ ਸੀ ਤੇ ਹੌਲੀ ਹੌਲੀ ਸੱਜਰ ਸੂਈ ਮੱਝ ਵੀ ਏਦਾਂ ਹੀ ਸੁੱਕੀ ਤੂੜੀ ਖਾ ਕੇ ਚੋਕਰ ਬਣ ਗਈ ਤੇ ਏਦਾਂ ਹੀ ਜੇ ਮੈਂ ਪੱਠੇ ਖੋਦਦਾ ਕਿਸੇ ਜ਼ਿਮੀਂਦਾਰ ਨੂੰ ਪੱਠੇ ਵਾਲੀ ਪੁੱਛ ਬੈਠਦਾ ਤਾਂ ਅਗਲਾ ਝੱਟ ਜਵਾਬ ਦੇ ਦਿੰਦਾ ਬਾਈ ਪੱਠੇ ਦਾ ਕੀ ਥੋੜੇ ਆ ਤੂੰ ਬੱਟਾਂ ਤੋਂ ਘਾਹ ਨੂੰ ਖੋਦ ਲੈ ਜੀ ਕਰਦਾ ਮੁੰਡੇ ਦੀ ਗਾਲ ਕੱਢਾਂ ਇਸ ਭੜੂਏ ਨੂੰ ਜੇ ਇਹੀ ਗੱਲ ਕਿਸੇ ਔਰਤ ਨੇ ਪੁੱਛੀ ਹੁੰਦੀ ਤਾਂ ਉਹਨੇ ਪੱਠੇ ਆਪ ਵੱਢ ਕੇ ਭਰੀ ਵੀ ਚਕਾਉਣੀ ਸੀ ਤੇ ਨਾਲੇ ਬਹਾਨੇ ਨਾਲ ਖਹਿਣਾ ਵੀ ਸੀ ਪਰ ਜਦੋਂ ਕੋਈ ਬੰਦਾ ਪੁੱਛਦਾ ਤਾਂ 100 ਕਿਹੜਾ ਪਾਣੀ ਦਾ ਪੈ ਜਾਂਦਾ ਇਹ ਜਿਹਦੇ ਸਿਰ ਤੇ ਖੈਰ ਘਰ ਦੀ ਹਾਲਤ ਦਿਨ ਪਰ ਦਿਨ ਨਿਕਲਣੀ ਸ਼ੁਰੂ ਹੋ ਗਈ ਪਹਿਲਾਂ ਤਾਂ ਮੱਝ ਦਾ ਦੁੱਧ ਵੇਚ ਕੇ ਲੂਣ ਤੇ ਲਾ ਦਿੰਦਾ ਸੀ ਪਰ ਹੁਣ ਤਾਂ ਆਟਾ ਵੀ ਉਧਾਰ ਚੱਕਣਾ ਪੈਂਦਾ ਸੀ ਇੱਕ ਦਿਨ ਮਾਟੇ ਦੇ ਬਹਾਨੇ ਸੋਚਦਾ ਘਰੋਂ ਨਿਕਲਿਆ ਹੀ ਸੀ ਕਿ ਮੰਦਰ ਟੱਕਰ ਗਿਆ ਉਹ ਬੱਲੇ 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 ਉਹ ਦਿਆਲੇ ਬਈ ਕੀ ਹਾਲ ਹੈ ਉਹ ਬੜੇ ਦਿਨਾਂ ਬਾਅਦ ਮੇਰਾ ਵੀ ਉਹ ਸੁਣਾ ਠੀਕ ਆ ਬਸ ਠੀਕ ਹੀ ਹੈ ਬਈ ਤੂੰ ਦੱਸ ਖੇਡਦੀ ਆ ਕਾਟੋ ਫੁੱਲਾਂ ਤੇ ਮੈਂ ਖੇਡਦੀ ਆ ਹੋਰ
ਖਾਸੇ ਉਲਝਾ ਲੱਗਦਾ ਗ੍ਰਸਤੀ ਜੇ। ਕੀ ਦੱਸਾਂ ਬਾਈ, ਸੱਚੀ ਉਲਝ ਗਿਆ। ਕੀ ਹੋਇਆ? ਸੁੱਖ ਤਾਂ ਹੈ। ਹੁਣ ਤੇਰੇ ਕੋਲੋਂ ਕਾਹਦਾ ਲੱਗੂਗਾ ਮੰਦਰਾ। ਅਸੀਂ ਤਾਂ ਰੋਟੀ ਵੀ 3 ਡੰਗਾਂ ਦੀ ਥਾਂ ਤੇ 2 ਡੰਗਾਂ ਤੇ ਆ ਗਏ ਹਾਂ। ਬਾਣੀਏ ਤੋਂ ਕਈ ਵਾਰੀ ਆਟਾ ਉਧਾਰ ਚੱਕੀ ਬੈਠੇ ਆ ਤੇ ਅੱਜ ਫੇਰ ਉਧਾਰ ਚੱਕਣਾ ਆ। ਪਤਾ ਨਹੀਂ ਦਊਗਾ ਵੀ ਜਾਂ ਨਹੀਂ। ਕੰਮ ਧੰਦਾ ਨਹੀਂ ਕੋਈ ਹੱਥ 'ਚ ਹੁਣ। ਭਾਈ ਮੰਡੀ 'ਚ ਤਾਂ ਹੁਣ ਕੰਮ ਹੈ ਹੀ ਨਹੀਂ ਤੇ ਕੰਮ ਤੋਂ ਬਿਨਾਂ ਘਰੋਂ ਬਾਹਰ ਨਿਕਲਣ ਲੱਗੇ ਊਂ ਸ਼ਰਮ ਆਉਂਦੀ ਆ। ਉਹ ਤੁਹਾਡੇ ਤਾਂ ਮੱਝ ਵੀ ਰੱਖੀ ਆ, ਫਿਰ ਉਹਦਾ ਦੁੱਧ ਵੇਚ ਕੇ ਡੰਗ ਟਪਾ ਲਿਆ ਕਰੋ। ਉਹ ਵਧੀਆ ਡੰਗ ਟੱਪਦਾ ਸੀ ਭਾਈ, ਪਰ ਉਹਨੂੰ ਵਿਚਾਰੇ ਨੂੰ ਵੀ ਹੁਣ ਖੁਰਾਕ ਨਹੀਂ ਮਿਲਦੀ। ਉਹ ਦੁੱਧ ਕਿੱਥੋਂ ਦੇਵੇ? ਉਹ ਤਾਂ ਮਸਾ ਚਾਹ ਦਾ ਡੰਗ ਸਾਰਦੀ ਹੈ। ਉਹ ਤਾਂ ਜਵਾਕ ਵੀ ਦੁੱਧ ਨੂੰ ਉਧਰੇ ਪਏ ਨੇ ਯਾਰਾ। ਤੂੰ ਏਦਾਂ ਕਰ, ਕਿਤੇ ਹੋਰ ਜਾ ਕੇ ਕੰਮ ਦਾ ਪਤਾ ਕਰ। ਬਥੇਰਾ ਮੱਥਾ ਮਾਰਿਆ ਬਈ, ਪਰ ਕਿਤੇ ਹੱਥ ਨਹੀਂ ਅੜਦਾ। ਅਸੀਂ ਤਾਂ ਔਖਾ ਸੌਖਾ ਗੁਜ਼ਾਰਾ ਕਰ ਲੈਨੇ ਆ, ਪਰ ਜਦੋਂ ਜਵਾਕ ਪੈਸੇ ਧੇਲੇ ਲਈ ਹੱਥ ਅੜਦੇ ਆ ਨਾ, ਤਾਂ ਜੀ ਕਰਦਾ ਕਿ ਆਪਣੇ ਆਪ ਨੂੰ ਗੋਲੀ ਮਾਰ ਲਵਾਂ। ਹੌਸਲਾ ਰੱਖ ਮੇਰੇ ਯਾਰ। ਮੈਂ ਦੇਖਦਾ ਤੇਰੇ ਜੋਗਾ ਕੰਮ ਕਰ। ਮੈਨੂੰ ਤਾਂ ਤੁਹਾਡੇ ਵਰਗਿਆਂ ਦੀ ਆਸਰਾ ਬਈ। ਚੱਲ ਬਾਣੀ ਨਾਲ ਮੈਂ ਗੱਲ ਕਰਕੇ ਦੇਖਾਂ। ਕੋਈ ਯਾਰ ਬਾਈ ਥੱਕ ਗਏ ਯਾਰ। ਮੈਂ ਤਾਂ ਕਹੀ ਜਾਂਦਾ ਕੀ ਲੱਗ ਰਿਹਾ ਵਾਲਾ। ਆ ਪਾੜੇ ਦੇ ਮੁੰਡੇ ਕੀ ਗੱਲਾਂ ਕਰੀ ਜਾਂਦੇ ਆ? ਉਹ ਤੈਨੂੰ ਕੀ ਹੋਇਆ? ਤੂੰ ਕਾਹਦੀ ਟੈਨਸ਼ਨ ਨਹੀਂ ਬੈਠਾ ਯਾਰ? ਯਾਰ ਰੂਸ ਤੇ ਅਮਰੀਕਾ ਨੇ ਹੱਦੇ ਕਰੀ ਪਈ ਆ। ਉਹ ਯਾਰ ਇਹਦੇ ਚ ਗਲਤ ਵੀ ਕੀ ਹੈ ਯਾਰ? ਯਾਰ ਗਲਤ ਕਿਉਂ ਨਹੀਂ? ਆਮ ਲੋਕਾਂ ਨੇ ਵਿਚਾਰਿਆਂ ਨੇ ਕੀ ਬਗਾੜਿਆ ਕਿਸੇ ਦਾ? ਉਹਨਾਂ ਦੇ ਨਿੱਕੇ ਨਿੱਕੇ ਮਾਸੂਮ ਬੱਚੇ ਅਨਾਥ ਹੋ ਗਏ ਆ ਮੁਲਕਾਂ ਦੀ ਲੜਾਈ ਕਰਕੇ। ਯਾਰ ਤੂੰ ਟੀਵੀ ਦੇਖਿਆ ਨਹੀਂ ਆ ਕਿਵੇਂ ਸੀਰੀਆ ਵਿੱਚ 4 ਸਾਲ ਦੀ ਬੱਚੀ ਲਾਸ਼ਾਂ ਦੇ ਢੇਰ ਕੋਲ ਖੜੀ ਆ। ਉਹਨੂੰ ਤਾਂ ਵਿਚਾਰੀ ਨੂੰ ਇਹ ਵੀ ਨਹੀਂ ਪਤਾ ਉਹਦੇ ਮਾਪਿਓ ਦੋਵੇਂ ਹੀ ਰੂਸ ਬੰਬਾਰੀ ਵਿੱਚ ਮਾਰੇ ਜਾ ਚੁੱਕੇ ਨੇ। ਉਹ ਮੇਰੇ ਭੋਲਿਆ ਯਾਰ, ਉਹ ਤੈਨੂੰ ਕਿਵੇਂ ਸਮਝਾਵਾਂ ਕਿ ਅਮਰੀਕਾ ਤੇ ਰੂਸ ਇਹ ਲੋਕ ਚੌਧਰ ਦੇ ਭੁੱਖੇ ਨੇ। ਇਹਨਾਂ ਨੂੰ ਬਾਕੀ ਮੁਲਕਾਂ ਦੇ ਵਿੱਚ ਖੁਸ਼ੀ ਰਹੇ ਇਹਦੇ ਨਾਲ ਕੋਈ ਮਤਲਬ ਨਹੀਂ। ਪਹਿਲਾਂ ਆਪ ਹਥਿਆਰ ਬਣਾਉਂਦੇ ਨੇ ਤੇ ਲੱਭਦੇ ਨੇ ਕਿ ਵੇਚੀਏ ਕਿਵੇਂ। ਉਹ ਤੂੰ ਐਵੇਂ ਟੈਨਸ਼ਨ ਲਈ ਜਾਂਦਾ। ਇਹ ਸਭ ਸਰਕਾਰਾਂ ਨੇ ਦੇਖਣਾ ਹੈ। ਆਇਆ ਆਪਾਂ ਚਾਹ ਪੀਨੇ ਆ। ਸਰਕਾਰਾਂ ਕੁਝ ਨਹੀਂ ਕਰਦੀਆਂ ਬਾਈ। ਚਾਹ ਪੀਨੇ ਚਾਹ। ਸਰਕਾਰਾਂ ਕੁਝ ਨਹੀਂ ਕਰਦੀਆਂ ਯਾਰ। ਸੱਚੀ ਗੱਲ ਆ ਮੰਦਰਾ, ਜੇ ਪੜ੍ਹੇ ਲਿਖੇ ਜਵਾਕ ਇੰਨੀਆਂ ਗੱਲਾਂ ਕਰਦੇ ਆ ਤਾਂ ਗੱਲ 'ਚ ਤੱਥ ਦਾ ਹੋਊਗਾ। ਵੈਸੇ ਵੀ ਇਹਨੇ ਹੁੰਦੇ ਆ ਵੀ ਪਿਆਰ ਜੰਗ ਦੇ ਭੁੱਖ 'ਚ ਸਭ ਕੁਝ ਜਾਇਜ਼ ਹੁੰਦਾ। ਮੈਨੂੰ ਨਹੀਂ ਫਰਕ ਪਤਾ ਯਾਰ। ਮੈਨੂੰ ਤਾਂ ਇੱਕੋ ਗੱਲ ਪਤਾ, ਉਹ ਹੈ ਰੋਟੀ। ਕਹਿੰਦੇ ਭੁੱਖੇ ਨੂੰ ਕਿਸੇ ਨੇ ਬਾਤ ਪਾਈ, ਉਹ ਕਹਿੰਦਾ ਰੋਟੀ। ਇਹਨੇ ਭੁੱਖੇ ਨੂੰ ਬਾਤ ਪਾਈ, ਉਹ ਕਹਿੰਦਾ ਰੋਟੀ। ਪਿਆਰ ਜੰਗ ਦੇ ਭੁੱਖ 'ਚ ਸਭ ਜਾਇਜ਼ ਹੁੰਦਾ ਮੰਦਰਾ। ਹੋ ਜ਼ਿੰਦਗੀ ਲੱਗਦਾ ਜੀ ਰਹੇ ਹਾਂ ਕਿਸੇ ਦੇ ਹਿੱਸੇ ਦੀ। ਇੱਥੇ ਹਰ ਇੱਕ ਰੀਝ ਤੇ ਹਰ ਇੱਕ ਚਾਅ ਉਦਾਰਾ ਹੈ। ਇੱਥੇ ਹਰ ਇੱਕ ਰੀਝ ਤੇ ਹਰ ਇੱਕ ਚਾਅ ਉਦਾਰਾ ਹੈ। ਇਹ ਤਾਂ ਫਿੱਕੀ ਹੈ। ਕੋਈ ਨਾ ਪੁੱਤ ਪੀ ਲੈ। ਇੱਕ ਮਿੰਟ ਗੱਲ ਸੁਣੀ, ਇੰਨੀ ਕਾਲੀ ਚਾਹ ਇਹਦੇ 'ਚ ਦੁੱਧ ਤਾਂ ਫੂਕ ਲੈਂਦੀ। ਇਹ ਤਾਂ ਤੂੰ ਹਜੇ ਚਾਹ ਦਾ ਰੰਗ ਹੀ ਦੇਖਿਆ, ਪੀ ਕੇ ਦੇਖ, ਮਿੱਠਾ ਵੀ ਹੈ ਨਹੀਂ। ਮਿੱਠਾ ਲਿਆ ਕੇ ਦਵੇਗਾ ਤਾਂ ਹੀ ਪਾਉਂਗੀ। ਕਿਉਂ ਨਾ ਜ਼ੁਲਮ ਕਰੀ ਜਾਨੀ ਆ ਮੇਰੇ ਤੇ? ਨਾ ਕੀ ਗੱਲ, ਅੱਜ ਬੜੀਆਂ ਹੋਰੂ ਗੱਲਾਂ ਕਰੀ ਜਾਂਦਾ। ਉਹ ਮੈਂ ਹੋਰੂ ਨਹੀਂ, ਹੁਣ ਤਾਂ ਮੈਂ ਬਹੁਤ ਵਧੀਆ ਗੱਲਾਂ ਕਰਿਆ ਕਰੂੰਗਾ। ਹੁਣ ਨਾ ਮੈਨੂੰ ਦੁਨੀਆਦਾਰੀ ਦੀ ਸਮਝ ਲੱਗੀ ਆ। ਅੱਛਾ, ਨਾ ਮੈਨੂੰ ਵੀ ਸਮਝਾ ਦੇ ਫਿਰ, ਤੈਨੂੰ ਕਿਹੜੀ ਸਮਝ ਲੱਗ ਗਈ ਦੁਨੀਆਦਾਰੀ ਦੀ? ਉਹ ਤੇ ਛੱਡੇ ਨਾ ਗੱਲਾਂ ਨੂੰ। ਤੂੰ ਉਦੋਂ ਵਾਲੀ ਗੱਲ ਦਾ ਗੁੱਸਾ ਕਰੀ ਬੈਠੀ ਹਾਲੇ ਤੱਕ।
ਉਹ ਤੂੰ ਆ ਜਵਾਕਾਂ ਦੇ ਭੋਰਾ ਤਰਸ ਕਰ ਹੈ ਦੇਖ ਵਿਚਾਰੇ ਕਿੰਨੇ ਮਾਸੂਮ ਹੈ ਲੈ ਤੂੰ ਆ ਦਾਤੀ ਪੱਲੀ ਚੱਕ ਤੇ ਜਾ ਕੇ ਨਾ ਪੱਠੇ ਵੱਢ ਲਿਆ ਕੀ ਉਹ ਕਿਵੇਂ ਪੁਗਾਵਾਂ ਜਵਾਕਾਂ ਨੂੰ ਰੋਟੀ ਮੈਂ ਆਪੇ ਖਵਾ ਦੂੰ ਗੈਰਤ ਦਾ ਤੰਦਾ ਭੁੱਖ ਮੂਰੇ ਹਾਰ ਜਾਂਦਾ ਏ ਬੰਦਾ ਹੋ ਕਿਵੇਂ ਪੁਗਾਵਾਂ ਗੈਰਤ ਦਾ ਤੰਦਾ ਭੁੱਖ ਮੂਰੇ ਹਾਰ ਜਾਂਦਾ ਏ ਬੰਦਾ ਪਰ ਜੋ ਲੜਦੇ ਨੇ ਸੱਤਾ ਖਾਤਰ ਪਰ ਜੋ ਲੜਦੇ ਨੇ ਸੱਤਾ ਖਾਤਰ ਉਹਨਾਂ ਨੂੰ ਕੋਈ ਰੋਕੋ ਵੇ ਲੋਕੋ ਮਾਨਸ ਦੇ ਅਮੁੱਲੀ ਹੁੰਦੀ ਜੰਗ ਦੇ ਵਿੱਚ ਨਾ ਚੋਕੋ ਵੇ ਲੋਕੋ ਉਹ ਜੰਗ ਦੇ ਵਿੱਚ ਨਾ ਚੋਕੋ ਵੇ ਲੋਕੋ ਜੰਗ ਦੇ ਵਿੱਚ ਨਾ ਚੋਕੋ ਵੇ ਲੋਕੋ तो ये था हमारा आज का नाटक प्यार जंग ते भुख। मैं डॉक्टर कुलबीर कौर जी से प्रार्थना करता हूँ कि वो मंच पर आए, कलाकारों का परिचय कराएं। कुलबीर जी। सबसे पहले आए हुए सभी दर्शकों का मेरी तरफ से बहुत बहुत धन्यवाद। अभी मैं मंच पर चन्नी जी को, कमल अरोड़ा जी को बुलाना चाहूँगी और हमारे चीफ गेस्ट वीना वर्मा जी को बुलाना चाहूँगी और डैनियल जो स्पेशल फ्रांस से इस शो को ही देखने के लिए आए हैं, प्लीज़ कम ऑन स्टेज। नवप्रीत और अमनदीप ढिल्लो, नवप्रीत जी जिन्होंने इस नाटक के गीत लिखे और अमनदीप ढिल्लो जी जिनकी ये कहानी है, प्लीज कम ऑन स्टेज सर। विम्मी इधर आ जाएंगे। हाँ जी, सबसे पहले